बिस्मिल्लाहिर्रहमानिर्रहीम। नाजरीन, मैं हाँ अतीक अनवर राजा ते FM4 के TV चैनल ਤੁਹਾਡਾ ਆਪਣਾ ਪ੍ਰੋਗਰਾਮ, ਤੁਹਾਡਾ ਪਸੰਦੀਦਾ ਪ੍ਰੋਗਰਾਮ ਵਿਹੜਾ ਲੈ ਕੇ ਹਾਜ਼ਰ ਹਾਂ। ਕੁਝ ਦਿਨਾਂ ਦੀ ਬ੍ਰੇਕ ਹੋ ਗਈ ਸੀ, ਲੇਕਿਨ ਜਦੋਂ ਬ੍ਰੇਕ ਹੋਈ ਤਾਂ ਉਸ ਤੋਂ ਬਾਅਦ ਸਾਡੇ ਪ੍ਰਾਹੁਣੇ ਨਵੇਂ ਆਏ ਅਤੇ ਉਹ ਇਸ ਕਾਬਲ ਹੈ ਸੀ ਕਿ ਸਾਰੀਆਂ ਬ੍ਰੇਕਾਂ ਦੀ ਕਸਰ ਨਿਕਲ ਜਾਏ। ਅੱਜ ਮੇਰੇ ਨਾਲ ਸਾਡੇ ਵਿਹੜੇ 'ਚ ਪ੍ਰਾਹੁਣੇ ਨੇ ਅਲਹਾਜ ਸਈਦ ਅਹਿਮਦ ਤਾਜ ਸਾਹਿਬ। ਅਸੀਂ ਇਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ। ਸਰ ਵੈਲਕਮ ਜੀ। ਹਾਲ ਜੀ ਠੀਕ ਹੋ? ਖੈਰੀਅਤ? ਸਈਦ ਸਾਹਿਬ ਦੇ ਤਾਰਫ ਤੇ ਬਹੁਤ ਸਾਰੇ ਨੇ, ਲੇਕਿਨ ਇਹ ਹੈ ਕਿ ਅਸੀਂ ਉਹ ਤਾਰਫ ਕਰਾਂਗੇ ਅਤੇ ਸ਼ਾਇਦ ਉਸ ਨਾਲ ਗੱਲ ਨਾ ਬਣੇ। ਜੇ ਅਸੀਂ ਗੱਲ ਕਰਾਂਗੇ ਤਾਂ ਉਹਨਾਂ ਦੀ ਗੱਲ ਦੇ ਵਿੱਚੋਂ ਉਹ ਤਾਰਫ ਜ਼ਿਆਦਾ ਬਿਹਤਰ ਤਰੀਕੇ ਨਾਲ ਸਾਹਮਣੇ ਆਉਂਦਾ ਜਾਏਗਾ। ਸਰ ਮੈਂ ਤੁਹਾਡੇ ਨਾਲ ਸਭ ਤੋਂ ਪਹਿਲੇ ਗੱਲ ਕਰਾਂਗਾ ਵਿਹੜਾ। ਤੁਹਾਨੂੰ ਕੋਈ ਬਚਪਨ ਦੀ ਯਾਦਾਂ ਆਪਣੇ ਹੈ ਨੇ ਵਿਹੜੇ ਦੀਆਂ? ਬਹੁਤ ਅੱਛੀਆਂ ਯਾਦਾਂ ਨੇ। ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ। ਤੁਹਾਨੂੰ ਬਚਪਨ ਤੁਸੀਂ ਜਦੋਂ ਹੋਸ਼ ਸੰਭਾਲਿਆ ਆਪਣੇ ਵਿਹੜੇ 'ਚ, ਆਪਣੀ ਅੰਮਾਂ ਕੋਲ ਚੁੱਲ੍ਹੇ ਕੋਲ ਰਸੋਈ 'ਤੇ ਬਹਿ ਕੇ, ਕੋਈ ਯਾਦਾਂ ਤੁਹਾਡੀਆਂ ਸਾਡੇ ਨਾਲ ਸ਼ੇਅਰ ਕਰੋਗੇ? ਜੀ ਜ਼ਰੂਰ ਜ਼ਰੂਰ। ਮੈਂ ਜਦੋਂ ਹੋਸ਼ ਸੰਭਾਲਿਆ ਅਤੇ ਵਿਹੜੇ ਦੇ ਵਿੱਚ ਨੁੱਕਰ 'ਚ ਜੀ ਬਾਵਰਚੀ ਖਾਨਾ, ਜਿਹਨੂੰ ਰਸੋਈ ਕਹਿੰਦੇ ਸੀ ਕਿਸੇ ਦੌਰ 'ਚ, ਰਸੋਈ ਕਹਿੰਦਾ ਸੀ, ਅਤੇ ਉੱਥੇ ਮੇਰੀ ਮਾਂ ਰੋਟੀਆਂ ਪਕਾਉਂਦੀ ਸੀ। ਮੈਂ ਬਹੁਤ ਦਫਾ ਦੇਖਿਆ ਕਿ ਮਾਂ ਨੇ, ਉਹ ਇੱਕ ਬੜੀ ਖੂਬਸੂਰਤ ਜਿਹੀ ਯਾਦ ਹੈ ਮੇਰੀ, ਕਿ ਮੇਰੀ ਵਾਲਦਾ ਜਿਹੜੀਆਂ ਰੋਟੀਆਂ ਪਕਾਉਂਦੇ ਸੀ ਉਹ ਹੱਥ ਨਾਲ ਪਕਾਉਣਾ, ਚੱਕਣਾ ਬੇਲਣਾ ਨਹੀਂ ਸੀ ਹੁੰਦਾ, ਅਤੇ ਕਾਫੀ ਵੱਡਾ ਕੁੰਬਾ ਸੀ। ਅੱਛਾ। ਕਿਉਂਕਿ ਦਾਦਾ ਦਾਦੀ ਸਾਡੇ ਨਾਲ ਸਨ। ਸਹੀ ਹੈ। 2 ਚਾਚੇ ਔਰ ਇੱਕ ਫੁੱਫੀ। ਸਹੀ। ਉਹ ਵੀ ਨਾਲ ਹੁੰਦੇ ਸਨ। ਅਸੀਂ ਆਪ ਇਹ ਵਿਹੜੇ 'ਚ ਗੁੰਜਾਇਸ਼ ਹੁੰਦੀ ਸੀ ਕਿ ਉੱਥੇ ਕਾਫੀ ਸਾਰੇ ਜਿਹੜੇ ਰਿਸ਼ਤੇ ਸਾਰੇ ਮਿਲ ਜਾਂਦੇ ਸੀ। ਯੈਸ, ਬਿਲਕੁਲ ਇਸ ਤਰ੍ਹਾਂ। ਅਤੇ ਇਹ ਸਾਰੇ ਲੋਕ ਹੁੰਦੇ ਸਨ ਅਤੇ ਫਿਰ ਕਾਫੀ ਜ਼ਿਆਦਾ ਰੋਟੀਆਂ ਪੱਕਦੀਆਂ ਸੀ ਇੱਕ ਟਾਈਮ 'ਤੇ। ਅਤੇ ਜਦੋਂ ਰੋਟੀਆਂ ਆ ਕੇ ਰੱਖੀਆਂ ਜਾਂਦੀਆਂ ਸੀ ਨਾ, ਅਤੇ ਉਹਦੇ 'ਚ ਇੱਕ ਮੁਹਿੰਮਾ ਬੜਾ ਮੇਰੇ ਲਈ ਹੁੰਦਾ ਸੀ ਕਿ ਰੋਟੀਆਂ ਸੈਂਟਰ 'ਚ ਉੱਚੀਆਂ ਹੁੰਦੀਆਂ ਸੀ। ਅੱਛਾ। ਮੈਂ ਬੜੀ ਦਫਾ ਕੋਸ਼ਿਸ਼ ਕੀਤੀ ਇੱਕ ਇੱਕ ਰੋਟੀ ਚੁੱਕ ਕੇ ਕਿ ਥੱਲੇ ਐਂਡ 'ਤੇ ਮੈਂ ਵੇਖਾਂ ਕਿ ਕਿਹੜੀ ਚੀਜ਼ ਹੈ ਜਿਹਦੀ ਵਜ੍ਹਾ ਤੋਂ ਉੱਚੀ ਹੋਈਆਂ, ਲੇਕਿਨ ਮੈਨੂੰ ਕਦੀ ਕੋਈ ਚੀਜ਼ ਨਹੀਂ ਮਿਲੀ। ਅੱਛਾ। ਫਿਰ ਤੁਸੀਂ ਪੁੱਛਿਆ ਅੰਮਾ ਜੀ ਨੂੰ? ਅਤੇ ਅੰਮਾ ਜੀ ਨੂੰ ਮੈਂ ਇੱਕ ਅੱਧੀ ਦਫਾ ਪੁੱਛਿਆ, ਉਹਨਾਂ ਕੋਲ ਇੰਨੀ ਫੁਰਸਤ ਨਹੀਂ ਸੀ ਹੁੰਦੀ ਕਿ ਮੈਨੂੰ ਡਿਟੇਲ ਨਾਲ ਜਵਾਬ ਦੇ, ਕਿਉਂਕਿ ਵਾਲਦਨ ਉਹਨਾਂ ਦੀ ਮੁਹੱਬਤ, ਜਦੋਂ ਉਹਨਾਂ ਦੀ ਮੁਹੱਬਤ ਸਿਰਫ ਉਦੋਂ ਜ਼ਾਹਿਰ ਹੁੰਦੀ ਸੀ ਜਦੋਂ ਕਦੀ ਬੱਚਾ ਬਿਮਾਰ ਹੁੰਦਾ ਜਾਂ ਉਹਨੂੰ ਕੋਈ ਜ਼ਰੂਰਤ ਪੈਂਦੀ। ਪਹਿਲੀਆਂ ਮਾਵਾਂ ਜਿਸ ਤਰ੍ਹਾਂ ਅੱਜ ਕੱਲ੍ਹ ਕਰਦੀਆਂ ਲਾਡ ਉਸ ਤਰ੍ਹਾਂ ਨਹੀਂ ਸੀ, ਉਸ ਤਰ੍ਹਾਂ ਦੇ ਨਹੀਂ ਸਨ। ਹਾਂਜੀ ਹਾਂਜੀ। ਉਹ ਲਾਡ ਹੁੰਦੇ ਸਨ ਜਿਹੜੇ ਜ਼ਰੂਰਤ 'ਤੇ, ਜਦੋਂ ਜ਼ਰੂਰਤ ਹੈ ਉਦੋਂ ਜ਼ਰੂਰ ਹੁੰਦੇ ਸਨ। ਸਹੀ ਹੈ। ਅਤੇ ਉਹ ਲੇਟਲੀ ਫਿਰ ਥੋੜ੍ਹਾ ਜਿਹਾ ਵੱਡੇ ਹੋਏ ਤਾਂ ਫਿਰ ਸਮਝ ਆਈ ਕਿ ਨਹੀਂ, ਜਿਹੜੀ ਮਾਂ ਮੇਰੀ ਰੋਟੀ ਪਕਾਉਂਦੀ ਹੈ ਨਾ, ਉਹ ਹਥੇਲੀਆਂ ਦੇ ਅੰਦਰ ਜਿੰਨਾ ਆਟਾ ਆਉਂਦਾ ਨਾ, ਅੱਛਾ ਅੱਛਾ ਅੱਛਾ, ਉਹ ਥੋੜਾ ਮੋਟਾ ਰਹਿੰਦਾ। ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ। ਉਹ ਇੱਕ ਬੜੀ ਖੂਬਸੂਰਤ ਨਵੀਂ ਗੱਲ ਤੁਸੀਂ ਦੱਸੀ ਹੈ। ਅੱਛਾ ਸਹੀ ਸਾਹਿਬ, ਇਸ ਤਰ੍ਹਾਂ ਹੈ ਕਿ ਸਾਡੇ ਜਦੋਂ ਵਿਹੜੇ ਸੀ, ਸਾਡੇ ਘਰਾਂ ਵਿੱਚ ਵਿਹੜਾ ਹੁੰਦਾ ਸੀ, ਅਤੇ ਸਾਡੇ ਘਰਾਂ 'ਚ ਖੁਸ਼ੀਆਂ ਜ਼ਿਆਦਾ ਨਹੀਂ ਸੀ ਹੈਗੀ। ਬਹੁਤ ਮਜ਼ੇਦਾਰ ਕੰਮ ਹੁੰਦਾ ਸੀ। ਆਂਢੀ ਗੁਆਂਢੀ ਵਿਹੜੇ 'ਚ ਆ ਜਾਂਦੇ ਸੀ, ਸਾਲਣ ਗੁਆਂਢੀਆਂ ਕੋਲ ਮੰਗਦੀ ਤਾਂ ਦੱਸੀ ਦੇ। ਸਰ ਗੱਲ ਹੀ ਕੋਈ ਨਹੀਂ ਸੀ ਹੁੰਦੀ ਕਿ ਜੇ ਚੰਗਾ ਪੱਕ ਗਿਆ ਤੇ ਭੇਜ ਦੇਣਾ, ਜੇ ਕੋਈ ਪ੍ਰਾਹੁਣਾ ਆ ਗਿਆ ਤੇ ਮੰਗਾ ਲੈਣਾ। ਤੇ ਹੁਣ ਜੇ ਤੁਸੀਂ ਆਪਣੇ ਵਿਹੜਿਆਂ ਨੂੰ ਖਤਮ ਕਰਕੇ, ਅਸੀਂ ਆਪਣੀਆਂ ਬੈਠਕਾਂ ਨੂੰ ਬੰਦ ਕਰਕੇ ਅਸੀਂ ਉਹ ਬਣਾ ਲੈਣਾ, ਡਾਇਨਿੰਗ ਹਾਲ ਬਣਾ ਲੈਣਾ, ਕਿਚਨ ਬਣਾ ਲੈਣਾ, ਅਸੀਂ ਘਰਾਂ 'ਚ ਘੁੱਟਣ ਦਾ ਸ਼ਿਕਾਰ ਨਹੀਂ ਹੋ ਗਏ। ਅਸੀਂ ਕਹਿੰਦੇ ਕਿ ਅਸੀਂ ਇਕੱਲੇ ਹੋ ਗਏ ਹਾਂ, ਅਤੇ ਇਕੱਲੇ ਹੋਣ ਦੀ ਜਿਹੜੀ ਹੈ ਵਜ੍ਹਾ ਉਹ ਅਸੀਂ ਆਪ ਕਰ ਲਿਆ, ਆਪਣੇ ਆਪ ਨੂੰ ਇਕੱਲੇ ਆਪ ਕਰ ਲਿਆ। ਅਤੇ ਵਿਹੜਾ ਖੂਬਸੂਰਤ ਸੀ ਕਿ ਘਰ ਦਾ ਜਿਹੜਾ ਤੁਹਾਡਾ ਲੌਨ ਹੈ ਖੂਬਸੂਰਤ ਸੀ? ਅੱਜ ਤੁਹਾਡਾ ਲੌਨ ਬੜਾ ਸੋਹਣਾ ਹੈ, ਤੁਸੀਂ ਬੜੇ ਘਾਹ ਲਾਏ ਹੈ, ਬੂਟੇ ਲਾਏ ਨੇ, ਹਰਿਆਲੀ ਹੈ, ਬੜਾ ਤੁਸੀਂ ਉਹਨੂੰ ਕੱਟਦੇ ਹੋ। ਲੇਕਿਨ ਜਿਹੜਾ ਅੰਮਾ ਦਾ ਵਿਹੜਾ ਸੀ, ਉਹਦਾ ਸੋਚੋ ਤੁਸੀਂ, ਅਤੇ ਇਹਨੂੰ ਸੋਚੋ ਵਿਹੜੇ ਨੂੰ। ਯਾਰ ਉਹ ਜਿਹੜਾ ਵਿਹੜਾ ਸੀ ਨਾ, ਉਹ ਇਸਤੇਮਾਲ ਹੁੰਦਾ ਸੀ। ਅੱਜ ਜਿਹੜਾ ਲੌਨ ਹੈ ਨਾ, ਉਹ ਸਿਰਫ ਵੇਖਿਆ ਜਾਂਦਾ ਹੈ। ਬੜੀ ਗੱਲ ਹੈ ਜੀ। ਸਹੀ ਸਾਹਿਬ ਕਹਿੰਦੇ ਨੇ ਕਿ ਵਿਹੜਾ ਜਿਹੜਾ ਸੀ ਨਾ, ਉਹ ਇਸਤੇਮਾਲ ਹੁੰਦਾ ਸੀ। ਵਿਹੜੇ 'ਚ ਸਾਰੇ ਆ ਕੇ ਬਹਿੰਦੇ ਸੀ, ਸਾਰੇ ਖੁਸ਼ੀਆਂ ਉਹਦੇ 'ਚ ਭਰੀਆਂ ਜਾਂਦੀਆਂ ਸੀ, ਇਹਦੇ 'ਚ ਗੀਤ ਹੁੰਦੇ ਸੀ, ਉਹਦੇ 'ਚ ਇੱਕ ਦੂਸਰੇ ਨਾਲ ਮੁਹੱਲੇ 'ਚ ਕਿਸੇ ਦੀ ਹੁੰਦੀ ਨਹੀਂ ਕੋਈ ਖੁਸ਼ੀ, ਕੋਈ ਗਮੀ, ਉਹ ਸ਼ੇਅਰ ਹੁੰਦੀ ਸੀ। ਅੱਛਾ ਸਰ, ਤੁਸੀਂ ਦੁਨੀਆ ਦੇਖੀ ਹੈ, ਤੁਸੀਂ ਲੈਕਚਰ ਦਿੰਦੇ ਹੋ ਯੂਨੀਵਰਸਿਟੀਆਂ ਦੇ ਵਿੱਚ, ਤੁਸੀਂ ਕਾਲਜਾਂ ਜਾਂਦੇ ਹੋ। ਅਸੀਂ ਬੜੀ ਜਲਦੀ 35 ਸਾਲਾਂ 'ਚ 35 ਸਾਲਾਂ 'ਚ ਆਪਣਾ ਬਹੁਤ ਸਾਰਾ ਵਿਰਸਾ ਗੁੰਮ ਨਹੀਂ ਕਰ ਛੱਡਿਆ? ਅੱਗੇ ਵਧਣ ਦੇ ਚੱਕਰ 'ਚ ਅਸੀਂ ਆਪਣਾ ਅਸਲ ਨਹੀਂ ਭੁੱਲ ਗਏ? ਅਸੀਂ ਤਕਲੀਦ ਦੇ ਚੱਕਰ 'ਚ ਸਾਰਾ ਕੁਝ। ਕਿਆ ਦੁਨੀਆ 'ਚ ਵੀ ਸਹੀ ਹੁੰਦਾ ਹੈ ਕਿ ਸਿਰਫ ਅਸੀਂ ਹਾਂ ਜਿਹੜੇ ਅਸਲ ਨੂੰ ਛੱਡ ਕੇ ਤਾਂ ਨਕਲ ਭੱਜਦੇ ਫਿਰਦੇ ਹਾਂ? ਨਹੀਂ ਰਾਜ ਸਾਹਿਬ, ਇਹਦੇ 'ਚ ਨਾ, ਇਹ ਬੜੀ ਖੂਬਸੂਰਤ ਜਿਹੀ ਬਹਿਸ ਹੈ। ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ। ਜੀ ਜੀ। ਇੱਕ ਦੌੜ, ਇੱਕ ਤਕਲੀਦ,
ਕਿਸੇ ਨੂੰ ਫਾਲੋ ਕਰਨਾ ਇੱਕ ਕਿ ਮੈਂ ਆਪਣੇ ਆਪ ਨੂੰ ਸੁਸਾਇਟੀ 'ਚ ਵੱਡਾ ਕਰਨ ਦੀ ਕੋਸ਼ਿਸ਼ ਕਰਾਂ, ਔਰ ਇਹਨਾਂ ਸਾਰਿਆਂ ਨੂੰ ਜਿਹੜੀ ਚੀਜ਼ ਹਾਤਾ ਕਰਦੀ ਹੈ ਜਾਂ ਇਹਨਾਂ ਨੂੰ ਆਪਣੇ ਆਪਣੇ ਮੇਚੇ 'ਚ ਰੱਖਦੀ ਹੈ, ਉਹ ਮਜ਼ਹਬ ਹੈ। ਸਹੀ ਹੈ, ਠੀਕ ਹੈ। ਮਜ਼ਹਬ ਜਾਂ ਇੱਕ ਤੁਸੀਂ ਸਮਝ ਲਓ ਕਿ ਕੁੱਲੀ ਨਜ਼ਰੀਆ ਤੁਸੀਂ ਕਹਿੰਦੇ, ਠੀਕ ਹੈ, ਕਿਉਂਕਿ ਮਜ਼ਹਬ ਤੋਂ ਬਿਹਤਰ ਕੁੱਲੀ ਨਜ਼ਰੀਏ ਦਾ ਜਿਹੜਾ ਇੰਪੋਜੀਸ਼ਨ ਹੈ, ਯਾਨੀ ਉਹਦਾ ਇਤਲਾਕ ਹੈ, ਉਹ ਮਜ਼ਹਬ ਤੋਂ ਬਿਹਤਰ ਕੋਈ ਚੀਜ਼ ਨਹੀਂ ਕਰਦੀ। ਸਹੀ ਹੈ। ਮਜ਼ਾਹਬ ਜਿਹਨੇ ਨੇ ਉਹ ਤੁਹਾਨੂੰ ਫਿਤਰਤ ਦੇ ਮੁਤਾਬਕ ਚੱਲਣ ਦਾ ਤਰੀਕਾ ਸਿਖਾਉਂਦੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜੋ ਜਿਸ ਡਿਜ਼ਾਈਨ ਦੇ ਉੱਤੇ ਬੰਦੇ ਨੂੰ ਡਿਜ਼ਾਈਨ ਕੀਤਾ ਗਿਆ, ਉਹ ਮਜ਼ਾਹਬ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉਸ ਡਿਜ਼ਾਈਨ ਤੇ ਰਹੇ। ਠੀਕ ਹੈ। ਉਸ ਤੋਂ ਇੱਧਰ ਉੱਧਰ ਨਾ ਹੋਵੇ। ਹੁਣ ਅਗਰ ਤੁਸੀਂ ਤਕਲੀਦ ਵੱਲ ਜਾਂਦੇ ਹੋ ਤੇ ਫਿਰ ਤੁਸੀਂ ਕਿਸੇ ਨਾ ਕਿਸੇ ਹੱਦ ਤੱਕ ਉਹ ਜਿਹੜਾ ਓਵਰਆਲ ਡਿਜ਼ਾਈਨ ਹੈ ਨਾ ਮਜ਼ਹਬ ਦੇ ਹੱਥ 'ਚ ਜਾਂ ਕਿਸੇ ਵੀ ਉਹਦੇ ਅੰਡਰ ਰਹਿ ਕੇ ਕਿਸੇ ਨੂੰ ਫਾਲੋ ਕਰ ਲਓ ਤੇ ਤੁਹਾਡੇ 'ਚ ਖਰਾਬੀ ਨਹੀਂ ਆਏਗੀ। ਸਹੀ ਹੈ, ਠੀਕ ਹੈ। ਤੇ ਜਦੋਂ ਹੁੰਦੀ ਹੈ ਨਾ ਦੌੜ ਫਿਰ ਖਤਰਨਾਕ ਹੋ ਜਾਂਦੀ। ਅੱਛਾ, ਵਿਹੜੇ ਦੀ ਫਿਰ ਅਸੀਂ ਗੱਲ ਕਰਨੇ ਆ ਕਿ ਜਦੋਂ ਸਾਡੇ ਵਿਹੜੇ ਆਬਾਦ ਸੀ, ਸ਼ਾਮ ਨੂੰ ਅਸੀਂ ਬਹਿੰਦੇ ਸੀ ਤੇ ਵੱਡੇ ਬਾਬੇ, ਦਾਦੀ, ਤਾਈ, ਨਾਨੀ, ਫੁੱਫੀਆਂ ਉਹ ਬੱਚਿਆਂ ਨੂੰ ਕੋਈ ਨਾ ਕਹਾਣੀਆਂ ਸੁਣਾਉਂਦੀਆਂ ਸੀ, ਤੇ ਉਹ ਕਹਾਣੀਆਂ ਦੇ ਵਿੱਚ ਵੀ ਹਮੇਸ਼ਾ ਹੀ ਕੋਈ ਦਰਸ, ਕੋਈ ਵਾਕਿਆ ਐਸਾ ਹੁੰਦਾ ਸੀ ਕਿ ਜਿਹੜਾ ਨਾ ਸਾਨੂੰ ਅੱਜ ਵੀ ਜਿਹੜੇ ਯਾਦ ਹੈ ਨੇ। ਤੇ ਇਹ ਅੱਜ ਦੀ ਜਿਹੜੀਆਂ ਮਾਈਆਂ ਨੇ, ਅੱਜ ਉਹਨਾਂ ਕੋਲ ਟਾਈਮ ਨਹੀਂ ਹੈ। ਦੂਸਰਾ ਇਹ ਹੈ ਕਿ ਉਹਨਾਂ ਨੂੰ ਸ਼ਾਇਦ ਉਹ ਕਹਾਣੀਆਂ ਯਾਦ ਵੀ ਉਹਨਾਂ ਭੁੱਲ ਛੱਡੀਆਂ ਨੇ, ਤੇ ਇਹਦੇ ਨਾਲ ਅਸੀਂ ਆਪਣੀ ਨਵੀਂ ਜਿਹੜੀ ਸਾਡੀ ਨਸਲ ਹੈ, ਅਸੀਂ ਕਹਿੰਦੇ ਹਾਂ ਸਾਡੇ ਬੱਚੇ ਅੱਜ ਤਾਬੇਦਾਰ ਨਹੀਂ ਹੈ ਵੀ, ਸਾਡੇ ਬੱਚੇ ਅੱਜ ਜਿਹੜੇ ਮਾਂ ਬਾਪ ਕੋਲ ਬਹਿੰਦੇ ਨਹੀਂ, ਕੋਈ ਕਦਰ ਨਹੀਂ ਕਰਦੇ। ਕਿਆ ਅਸੀਂ ਆਪ ਗਲਤ ਨਹੀਂ ਕਰਦੇ ਕਿ ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ? ਵੀ ਜਦੋਂ ਉਹਨਾਂ ਨੂੰ ਟਾਈਮ ਚਾਹੀਦਾ, ਜਦੋਂ ਉਹ ਚੱਲਣ ਇਹ ਸਾਡੇ ਆਲਣੇ 'ਚ ਬੈਠੇ ਨੇ, ਜਦੋਂ ਉੱਡ ਕੇ ਫਿਰ ਉੱਡ ਗਏ ਨੇ ਪੰਛੀ, ਤੇ ਜਦੋਂ ਆਲਣੇ 'ਚ ਬੈਠੇ ਉਹਨਾਂ ਨੂੰ ਲੋੜ ਹੈ ਕਿ ਉਹਨਾਂ ਨੂੰ ਥਾਪੜਾ ਮਾਰਿਆ, ਕੋਈ ਉਹਨਾਂ ਨੂੰ ਗੱਲ ਸੁਣਾਇਆ, ਅਸੀਂ ਉਦੋਂ ਨੂੰ ਟਾਈਮ ਨਹੀਂ ਦਿੰਦੇ। ਰਾਜ ਸਾਹਿਬ, ਇਹਦੇ 'ਚ ਨਾ ਜਿਹੜਾ ਬੜਾ ਵੱਡਾ ਅਲਮੀਆ ਅਸੀਂ ਆਪਣੇ ਹੱਥੀਂ ਕੀਤਾ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਮਾਈਆਂ, ਵੱਡੇ ਬਜ਼ੁਰਗ, ਉਹਨਾਂ ਦੀਆਂ ਕਹਾਣੀਆਂ, ਉਹ ਇੱਕ ਸਿਰਫ ਕਹਾਣੀਆਂ ਨਹੀਂ ਸਨ, ਉਹ ਵਿਜ਼ਡਮ ਸੀ, ਦਾਨਿਸ਼ ਸੀ। ਉਹ ਦਾਨਿਸ਼ ਸੀ, ਕਈ ਨਸਲਾਂ ਤੋਂ ਚੱਲਦੀ ਜਿਹੜੀ ਆ ਰਹੀ ਸੀ, ਨਸਲਾਂ ਤੋਂ ਚੱਲ ਕੇ ਉਹ ਦਾਨਿਸ਼ ਬਣੀ ਸੀ। ਔਰ ਉਹ ਦਾਨਿਸ਼ ਜਿਹੜੀ ਸੀ ਉਹ ਬਿਆਨ ਹੋਣ ਲਈ ਉਹਦਾ ਜਿਹੜਾ ਮੀਡੀਆ ਸੀ ਉਹ ਪੰਜਾਬੀ ਸੀ। ਠੀਕ ਹੈ। ਅਸੀਂ ਜਿਹੜੀ 70 ਤੋਂ ਬਾਅਦ ਦੀ ਨਸਲ ਆਈ ਹੈ, ਯਾਨੀ 80 ਤੋਂ ਜਿਹੜੀ ਨਸਲ 'ਚ ਅਸੀਂ ਸ਼ਾਮਲ ਹੈਗੇ, ਅਸੀਂ ਉੱਥੇ ਉਹ ਕਨਵਰਜਨ ਸ਼ੁਰੂ ਕਰ ਦਿੱਤੇ। ਸਾਡੇ ਤੱਕ ਵਿਰਸਾ ਪਹੁੰਚਿਆ, ਅਸੀਂ ਅੱਗੋਂ ਨਹੀਂ ਪਹੁੰਚਾ ਸਕੇ। ਅਸੀਂ ਕਨਵਰਜਨ ਇਸ ਤਰ੍ਹਾਂ ਸ਼ੁਰੂ ਕਰ ਦਿੱਤੀ ਕਿ ਸਾਡੇ ਨਜ਼ਦੀਕ ਉਰਦੂ ਬੋਲਣਾ ਜਿਹੜਾ ਨਾ ਇਹ ਮੁਹੱਜ਼ਬ ਹੋਣ ਦੀ ਨਿਸ਼ਾਨੀ ਬਣ ਗਿਆ। ਸਾਡੇ ਜ਼ਿਹਨ 'ਚ ਇਹ ਗੱਲ ਵਾੜ ਦਿੱਤੀ ਗਈ ਹੈ ਕਿ ਜਿਹੜਾ ਬੱਚਾ ਪੰਜਾਬੀ ਬੋਲਦਾ ਉਹ ਸਿਵਲਾਈਜ਼ਡ ਨਹੀਂ ਹੈ, ਮੁਹੱਜ਼ਬ ਨਹੀਂ ਹੈ, ਉਹ ਪੇਂਡੂ ਹੈ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਵਾੜ ਦਿੱਤੀਆਂ ਗਈਆਂ। ਔਰ ਅਸੀਂ ਇਹ ਸਿਰਫ ਸਾਡੇ ਨਾਲ ਹੀ ਨਹੀਂ ਆ, ਅੱਛਾ, ਇਹ ਬਾਰਡਰ ਤੋਂ ਪਾਰ ਵੀ ਇਹੀ ਹਾਲ ਹੈ। ਸਹੀ ਹੈ। ਦੇਖੋ, ਅੱਜ ਵੀ ਅਗਰ ਤੁਸੀਂ ਕੋਈ ਉਸ ਟਾਈਮ ਦੀ ਕੋਈ ਫਿਲਮ ਵੇਖੋ ਜਾਂ ਉਹਦੇ 'ਚ ਕੋਈ ਉਹ ਦੇਖੋ, ਤੇ ਅਗਰ ਇੰਡੀਅਨ ਵੀ ਸਾਡੇ ਤੇ ਹੈ ਹੀ ਹੈ, ਤੇ ਇੰਡੀਆ 'ਚ ਵੀ, ਕਿ ਉਹ ਜਿਹੜਾ ਸਿੱਖ ਜਾਂ ਪੰਜਾਬੀ ਪੰਜਾਬ ਦਾ, ਉਹ ਜਦੋਂ ਕੋਈ ਥੋੜ੍ਹਾ ਜਿਹਾ ਮੁਹੱਜ਼ਬ ਸ਼ੋਅ ਕਰਦਾ ਨਾ ਬਣ ਕੇ, ਕੋਈ ਪੈਂਟ ਸ਼ਰਟ ਪਾ ਕੇ ਤੇ ਗੱਲਬਾਤ ਕਰੇਗਾ ਨਾ, ਤੇ ਉਹ ਉਰਦੂ ਜਾਂ ਹਿੰਦੀ 'ਚ ਗੱਲ ਕਰੇਗਾ। ਅੱਛਾ, ਮੈਂ ਤੁਹਾਡੀ ਇਸੇ ਗੱਲ ਤੋਂ ਕਹਿਣਾ ਕਿ ਜਦੋਂ ਇੱਥੇ ਅੰਗਰੇਜ਼ ਆਇਆ 1849 ਜਦੋਂ ਕਬਜ਼ਾ ਹੋਇਆ ਲਾਹੌਰ 'ਤੇ, ਉਦੋਂ ਕਹਿੰਦੇ ਨੇ ਪੰਜਾਬੀ ਸਾਰੇ ਤਕਰੀਬਨ 100% ਪੜ੍ਹੇ ਸੀ, ਅਤੇ ਉਹਨਾਂ ਨੇ ਸਾਨੂੰ ਅਨਪੜ੍ਹ ਕਰਨ ਵਾਸਤੇ ਸਾਡੀ ਜ਼ਬਾਨ ਖਤਮ ਕਰ ਦਿੱਤੀ, ਅਤੇ ਜਿਹੜੀ ਪੱਗ ਸਾਡੀ ਨਿਸ਼ਾਨੀ ਸੀ ਇੱਜ਼ਤ ਦੀ, ਉਹ ਹੋਟਲ 'ਚ ਬਹਿਰਿਆਂ ਨੂੰ ਪਵਾ ਦਿੱਤੀ। ਇਹ ਮਤਲਬ ਇੱਕ ਸੋਚੇ ਸਮਝੇ ਸਾਜ਼ਿਸ਼ ਤੇ ਸਿਰਫ ਪੰਜਾਬੀ ਨੂੰ ਹੀ ਜਿਹੜਾ ਹਮਲਾ ਕੀਤਾ ਗਿਆ, ਪੰਜਾਬੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿਸੇ ਨਾ ਕਿਸੇ ਵੱਲ ਨਾਲ ਅੱਜ ਵੀ ਦੋਨੋਂ ਪਾਸੇ ਕੰਮ ਚੱਲਦਾ ਪਿਆ ਜੀ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਔਰ ਪ੍ਰੋਬਲਮ ਇਹ ਹੋਈ ਕਿ ਅਸੀਂ
1849 ਤੋਂ ਬਾਅਦ ਅੱਜ ਤੱਕ ਉਸ ਲੀਡਿੰਗ ਪੋਜੀਸ਼ਨ ਅਸੀਂ ਹਾਸਲ ਹੀ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਕੌਮਾਂ 'ਚ ਕਾਮਯਾਬੀਆਂ ਨਹੀਂ ਨਾ ਆਉਂਦੀਆਂ ਉਨੀ ਦੇਰ ਤੱਕ ਕੌਮ ਬਣਦੀ ਨਹੀਂ। ਸਹੀ ਹੈ। ਕਿਸੇ ਵੀ ਕੌਮ ਨੂੰ ਬਣਨ ਲਈ ਉਹਨੂੰ ਕਾਮਯਾਬੀ ਚਾਹੀਦੀ। ਅੱਛਾ, ਕਾਮਯਾਬੀ ਤੋਂ ਮੁਰਾਦ ਸਾਡੇ ਅੱਜ ਦੇ ਬੱਚੇ ਜਿਹੜੇ ਨੇ ਉਹ ਬੜੀਆਂ ਡਿਗਰੀਆਂ ਲੈ ਰਹੇ ਨੇ, ਰੱਟੇ ਲਾ ਰਹੇ ਨੇ। ਕਾਮਯਾਬੀ ਨਹੀਂ। ਤੁਹਾਡੀ ਨਜ਼ਰ 'ਚ ਕਾਮਯਾਬੀ ਕੀ ਹੈ? ਜਿਹੜੀ ਕੌਮੀ ਕਾਮਯਾਬੀ ਹੈ ਉਹ ਇੱਕ ਛੋਟੀ ਜਿਹੀ ਮਿਸਾਲ ਮੈਂ ਹੁਣ ਦੱਸਦਾ। ਤੁਰਕੀ ਜਦੋਂ ਉਰਦਗਾਨ ਦੇ ਖਿਲਾਫ ਬਗਾਵਤ ਹੋਈ, ਆਵਾਮ ਬਾਹਰ ਆ ਗਏ, ਉਹਨਾਂ ਨੇ ਉਸ ਸਿਸਟਮ ਨੂੰ ਬਲੌਕ ਕਰ ਛੱਡਿਆ। ਠੀਕ ਹੈ। ਜਿਹੜਾ ਪਹਿਲੇ ਚੱਲ ਰਿਹਾ ਸੀ ਉਹਨੂੰ ਹਮੇਸ਼ਾ ਲਈ ਖਤਮ ਕਰ। ਇਹ ਕਾਮਯਾਬੀ ਕਿਸੇ ਮਕਸਦ ਦੇ ਕੌਮੀ ਮਕਸਦ ਵਾਸਤੇ ਇਕੱਠਿਆ ਹੋਣਾ, ਕੌਮੀ ਮਕਸਦ ਵਾਸਤੇ ਇਕੱਠਿਆ ਹੋਣਾ। ਔਰ ਦੂਸਰੀ ਜਿਹੜੀ ਕਾਮਯਾਬੀ ਹੈ ਉਹ ਇਹ ਕਾਮਯਾਬੀ ਹੈ ਕਿ ਤੁਹਾਡਾ ਐਜ਼ ਏ ਕੌਮ, ਐਜ਼ ਏ ਨੇਸ਼ਨ, ਤੁਹਾਡੀ ਦੁਨੀਆ 'ਚ ਪਹਿਚਾਨ ਬਣਨਾ। ਔਰ ਉਹ ਪਹਿਚਾਨ ਅੱਜ ਕੱਲ੍ਹ ਕਿਸ ਤਰ੍ਹਾਂ ਬਣਦੀ ਹੈ? ਬੈਟਰ ਇਕੋਨਮੀ ਦੇ ਨਾਲ। ਦੇਖੋ ਨਾ, ਜਿਹਦੇ ਉਹ ਅਸੀਂ ਉਹ ਬੜੀ ਪੁਰਾਣੀ ਮਿਸਾਲ ਹੈ, ਜਿਵੇਂ ਜਿਹਨੂੰ ਅਸੀਂ ਮੈਂ ਤੇ ਉਹਨੂੰ ਕਹਿੰਦਾ ਐਸਟਰਨ ਵਿਜ਼ਡਮ। ਵੈਸੇ ਤੇ ਐਸਟਰਨ ਵਿਜ਼ਡਮ ਅਸੀਂ ਸੂਫੀਜ਼ਮ ਨੂੰ ਤੇ ਉਹਨਾਂ ਨੂੰ ਕਹਿੰਦੇ, ਲੇਕਿਨ ਮੇਰੇ ਖਿਆਲ 'ਚ ਉਹ ਜਿਹੜੀ ਤੁਸੀਂ ਵਿਹੜੇ ਵਾਲੀ ਗੱਲ ਕਹੀ ਸੀ ਨਾ, ਤੇ ਉਹ ਮੈਂ ਕਿਹਾ ਕਿ ਉਹ ਵਿਜ਼ਡਮ ਸੀ। ਉਹ ਇਹੀ ਗੱਲਾਂ ਨੇ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਅੱਛਾ, ਤੁਸੀਂ ਕਿਉਂਕਿ ਇੱਕ ਤੁਹਾਡਾ ਆਪ ਤੁਸੀਂ ਬਿਜ਼ਨਸ ਕਮਿਊਨਿਟੀ ਤੋਂ ਤੁਹਾਡੇ ਵਾਲਦ ਸਾਹਿਬ ਇੰਡੀਆ ਤੋਂ ਆਏ, ਉਹਨਾਂ ਨੇ ਮਿਹਨਤ ਕੀਤੀ, ਆਪਣੇ ਆਪ ਨੂੰ ਮਨਵਾਇਆ, ਫਿਰ ਤੁਹਾਨੂੰ ਇਸ ਲੈਣ 'ਚ ਲਾਇਆ। ਅਤੇ ਅੱਜ ਦੇ ਬੱਚੇ ਜਿਹੜੇ, ਕਿਉਂਕਿ ਤੁਸੀਂ ਲੈਕਚਰ ਵੀ ਦਿੰਦੇ ਹੋ ਲੋਕਾਂ ਨੂੰ ਜਾ ਕੇ, ਕਾਰੋਬਾਰ ਕਰਨਾ ਕਿਸ ਤਰ੍ਹਾਂ ਚਾਹੀਦਾ, ਤੁਸੀਂ ਤੁਹਾਡਾ ਸ਼ੁਮਾਰ ਕਾਮਯਾਬ ਬਿਜ਼ਨਸਮੈਨ 'ਚ ਹੁੰਦਾ ਹੈ। ਅੱਜ ਸਾਡੀ ਜਿਹੜੀ ਨਵੀਂ ਨਸਲ ਹੈ, ਇਹ ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ ਇੱਕ ਅੱਛੀ ਫੈਕਟਰੀ ਹੋਵੇ, ਸੋਹਣੀ ਜਿਹੀ ਫੈਕਟਰੀ ਹੋਵੇ, ਅਤੇ ਮੇਰੇ ਕੋਲ ਨਾ ਗੱਡੀ ਹੋਵੇ, ਅਤੇ ਮੈਂ ਬਸ। ਇਹ ਕਿਆ ਮੁਮਕਿਨ ਹੈ? ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਮੁਮਕਿਨ ਨਹੀਂ। ਲੇਕਿਨ ਸਾਡਾ ਜਿਹੜਾ ਸਿਲੇਬਸ ਹੈ ਉਹ ਤਕਰੀਬਨ ਇਹੋ ਜਿਹੀ ਗੱਲ ਨਹੀਂ ਦੱਸਦਾ ਵੀ। ਸਾਡਾ ਸਿਲੇਬਸ ਜਿਹੜਾ ਨਾ, ਉਹਦੇ 'ਚ ਬਹੁਤ ਵੱਡੀ ਖਰਾਬੀ ਪਤਾ ਕੀ ਹੈ? ਜਿੰਨਾ ਵੀ ਡਿਗਰੀਆਂ ਵਾਲਾ ਸਿਲੇਬਸ ਹੈ ਉਹ ਸਾਡਾ ਸਿਲੇਬਸ ਹੀ ਨਹੀਂ ਹੈਗਾ। ਉਹ ਤਾਂ ਇੰਪੋਰਟਡ ਸਿਲੇਬਸ ਹੈ। ਉਹਨੂੰ ਜਿਹੜਾ ਸਿਲੇਬਸ ਅਸੀਂ ਇੰਪੋਰਟਡ ਪੜ੍ਹਾਉਣਾ ਹੈ ਉਹ ਇੱਥੇ ਅਪਲਾਈ ਨਹੀਂ ਹੁੰਦਾ। ਸਹੀ। ਉਹ ਭਾਈ ਤੁਸੀਂ ਅਗਰ ਮਤਲਬ ਉਹਨੂੰ ਥਿਊਰੀ ਪੜ੍ਹਾ ਰਹੇ ਹੋ, ਬੱਚੇ ਨੂੰ ਮਾਰਕੀਟਿੰਗ ਦੀ ਥਿਊਰੀ ਪੜ੍ਹਾ ਰਹੇ ਹੋ, ਸਕਿਮ ਦਾ ਕਰੀਮ ਪ੍ਰਾਈਸ ਹੈ, ਤੇ ਤੁਸੀਂ ਉਹਨੂੰ ਮਿਸਾਲ ਦਿੰਦੇ ਹੋ ਕਿਸੇ ਜੇ ਪੈਨੀ ਦੀ ਦੇ ਦਿੱਤੀ ਜਾਂ ਉਹਦੀ ਦੇ ਦਿੱਤੀ, ਨਾ ਤੁਸੀਂ ਉਹਨੂੰ ਵੇਖਿਆ, ਨਾ ਤੁਸੀਂ ਕਦੀ ਉਹਨੂੰ ਸੁਣਿਆ, ਨਾ ਤੁਹਾਨੂੰ ਇਹ ਪਤਾ ਕਰਦੇ ਕਿ ਨਾ ਸਿਰਫ ਪੜ੍ਹਿਆ ਹੀ ਨਾ, ਜੋ ਰਾਈਟਰ ਨੇ ਸੋਚਿਆ ਉਹ ਤੁਹਾਨੂੰ ਪੜ੍ਹਾ। ਦੇਖੋ, ਰਾਈਟਰ ਦਾ ਵੀ ਉਨੀ ਆਪਣਾ ਨੁਕਤਾ ਨਜ਼ਰ ਹੋਏਗਾ ਨਾ। ਹਾਂਜੀ ਹਾਂਜੀ। ਉਹ ਜਨਰਲ ਵਿਊ ਜਿਸ ਤਰ੍ਹਾਂ ਇੱਕ ਬਰਡਸ ਵਿਊ ਹੈ, ਉਹ ਤਾਂ ਨਹੀਂ ਆਏਗਾ ਨਾ। ਉਹ ਤਾਂ ਇੱਕ ਉਹਦਾ ਇੱਕ ਖਾਸ ਐਂਗਲ ਹੋਏਗਾ ਜਿਹਦੇ ਮੁਤਾਬਕ ਉਹ ਲਿਖੇਗਾ। ਲੇਕਿਨ ਅਗਰ ਇਹੋ ਹੀ ਗੱਲ ਤੁਸੀਂ ਉਹਨਾਂ ਬੱਚਿਆਂ ਨੂੰ ਇਹ ਕਹੋ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਹਮਣੇ ਕਸਟਮਰ ਹੈ ਉਹ ਜਿੰਨੀ ਇਹਦੀ ਕੀਮਤ ਦੇ ਸਕਦਾ ਉਹ ਕੀਮਤ ਤੁਸੀਂ ਲੈਣੀ, ਤੇ ਇਹਦੀ ਮਿਸਾਲ ਜਿਹੜੀ ਉਹ ਸਾਡਾ ਪਠਾਨ ਹੈ। ਸਹੀ ਹੈ। ਚੀਨ ਵੀ ਹੈ, ਚੀਨ ਹੈ, ਸਾਡਾ ਪਠਾਨ ਹੈ। ਚੀਨੀ ਜੋ ਕਰਦੇ ਪਏ ਨੇ, ਤੇ ਮੇਰਾ ਨਹੀਂ ਖਿਆਲ ਕਿ ਉਹ ਸਾਰੀ ਜ਼ਿੰਦਗੀ ਉਹ ਗੱਲ ਭੁੱਲੇਗੀ। ਅੱਛਾ, ਇਹ ਜਿਹੜਾ ਕਾਰੋਬਾਰ ਹੈ ਸਾਡਾ, ਅਸੀਂ ਇਸ ਟਾਈਮ ਮਾਸ਼ੀ ਲਿਹਾਜ਼ ਨਾਲ ਬੜੇ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ। ਸਾਡੇ ਇੱਕ ਤਾਂ ਬੱਚੇ ਜਿਹੜੇ ਨੇ ਉਹ ਕਾਰੋਬਾਰ ਆਉਂਦੇ ਨਹੀਂ ਹੈ। ਵੀ ਕਾਰੋਬਾਰ ਕਰਨ ਵਾਸਤੇ ਦਲੇਰੀ ਚਾਹੀਦੀ ਹੈ, ਹੌਸਲਾ ਚਾਹੀਦਾ ਹੈ, ਅਤੇ ਇਖਲਾਕੀਆਤ ਦਾ ਵੀ ਇਹਦੇ 'ਚ ਕੋਈ ਹੈ ਜ਼ਰੂਰਤ? ਇਹਦੇ 'ਚ ਸਭ ਤੋਂ ਪਹਿਲੇ ਇਖਲਾਕੀਆਤ, ਕਿ ਪੈਸੇ ਨਾਲ ਕੰਮ ਨਹੀਂ ਚੱਲ ਜਾਂਦਾ। ਪੈਸਾ ਇੱਕ ਜ਼ਰੂਰਤ ਹੈ ਕਾਰੋਬਾਰ ਦੀ। ਅੱਛਾ, ਸਭ ਕੁਛ ਪੈਸਾ ਨਹੀਂ। ਇਖਲਾਕੀਆਤ ਵਿਹਾਰ ਵੀ ਚਾਹੀਦਾ ਉੱਥੇ। ਇਖਲਾਕੀਆਤ ਵਿਹਾਰ ਦਾ ਹੀ ਦੂਜਾ ਨਾਮ ਹੈ। ਹਾਂ, ਬਿਲਕੁਲ ਉਹਦੇ ਵਿੱਚ ਆ ਜਾਂਦਾ। ਇਖਲਾਕੀਆਤ ਅਸੀਂ ਜ਼ਰਾ ਬਿਹਤਰ ਤਰੀਕੇ ਨਾਲ ਕਹਿ ਲੈਂਦੇ ਹਾਂ, ਜੇ ਪੰਜਾਬੀ 'ਚ ਹੀ ਕਹੀਏ ਤੇ ਉਹ ਤਾਂ ਫਿਰ ਵਿਹਾਰ ਹੀ ਆ ਜਾਂਦਾ। ਠੀਕ ਹੈ, ਵਿਹਾਰ ਹੀ ਕਿ ਬੰਦਾ ਕਿਹੋ ਜਿਹਾ ਹੈ। ਇੱਕ ਪੰਜਾਬੀਆਂ ਦੇ ਬਾਰੇ 'ਚ ਦੇਖਿਆ ਜਾਂਦਾ ਹੈ ਨਾ ਕਿ ਅੱਜ ਤੋਂ ਕੁਝ ਸਾਲ ਪਹਿਲੇ, ਕੁਝ ਅਸ਼ਰੇ ਪਹਿਲੇ, ਵਰੇ ਪਹਿਲੇ, ਜਿਹੜਾ ਬੰਦਾ ਝੂਠ ਬੋਲਦਾ ਸੀ ਉਹਨੂੰ ਪਰਹੇਜ਼ ਨਹੀਂ ਸੀ ਬੈਠਣ ਦਿੰਦੇ ਹੋਵੇ। ਅੱਜ ਮੈਂ ਜਿਹੜਾ ਦੇਖਿਆ, ਜਿਹੜਾ ਮੈਂ ਸੁਣਨਾ ਕਿ ਦੋ ਬੰਦੇ ਕਾਰੋਬਾਰ ਕਰਦੇ ਨੇ, ਜਿਉਂ ਹੀ ਕਾਰੋਬਾਰ ਥੋੜ੍ਹਾ ਜਿਹਾ ਸੈੱਟ ਹੋਣਾ ਸ਼ੁਰੂ ਹੁੰਦਾ ਹੈ, ਇੱਕ ਕਹਿੰਦਾ ਦੂਸਰਾ ਮਰ ਜਾਏ।
ਇਹ ਅਕਸਰ ਹੁੰਦਾ ਨਾ ਸਾਂ, ਉਹ ਕਿਸੇ ਨਾ ਕਿਸੇ ਹਵਾਲੇ ਨਾਲ ਕੋਸ਼ਿਸ਼ ਕਰਦਾ ਕਿ ਮੈਂ ਇਕੱਲੇ ਡਰੋ ਸਕਦਾ, ਰੱਬ ਨੇ ਰੋਟੀ ਦੋਵਾਂ ਦੇ ਮਿਲ ਕੇ ਚੱਲਣ 'ਚ ਰੱਖੀ ਹੋਵੇ। ਬਿਲਕੁਲ ਹੈ ਜੀ, ਲੇਕਿਨ ਸਾਡਾ ਯਕੀਨ ਜਿਹੜਾ ਨਾ ਉਹ ਰੱਬ ਤੇ ਘੱਟ ਤੇ ਆਪਣੇ ਆਪ ਤੇ ਬਹੁਤ ਹੈ। ਸਾਡਾ ਸਭ ਤੋਂ ਵੱਡਾ ਪ੍ਰੋਬਲਮ ਹੈਗਾ ਨਾ, ਅਸੀਂ ਦੇਖੋ ਨਾ, ਜਦੋਂ ਸਾਡਾ ਇੱਕ ਆਮ ਤਾਸਰ ਹੈਗਾ ਕਿ ਆਪ ਕਾਮਯਾਬ ਹੋ ਗਏ ਤੇ ਮੇਰੀ ਕੋਸ਼ਿਸ਼ ਹੈ, ਤੇ ਜੇ ਕਿਤੇ ਨਾਕਾਮੀ ਆ ਗਈ ਤੇ ਅੱਲਾ ਨੂੰ ਮਨਜ਼ੂਰ। ਇਹ ਨਾਰਮਲ ਸਾਡਾ ਐਟੀਟਿਊਡ ਹੈਗਾ ਟੂਵਰਡਸ। ਲੇਕਿਨ ਅਸਲ ਜਿਹੜਾ ਮਾਮਲਾ ਨਾ, ਉਹ ਇੱਥੇ ਨੀਅਤ ਦਾ ਬੜਾ ਦਖਲ ਹੈ। ਇੱਕ ਨੀਅਤ ਤੇ ਇੱਕ ਇਤਬਾਰ। ਪਾਰਟਨਰ ਦੇ ਉੱਤੇ ਜਦੋਂ ਅਸੀਂ ਦੋ ਬੰਦੇ ਰਲ ਕੇ ਕੰਮ ਕਰਦੇ, ਜਦੋਂ ਕੰਮ ਸ਼ੁਰੂ ਹੁੰਦਾ ਉਦੋਂ ਸਾਰੇ ਇਤਬਾਰ ਹੁੰਦੇ ਨੇ ਪਾਰਟਨਰ। ਸਹੀ, ਬਿਲਕੁਲ। ਸ਼ੁਰੂਆਤ ਦੇ ਵਿੱਚ ਤੁਸੀਂ ਕੋਈ ਚੀਜ਼ ਨਹੀਂ ਤੈਅ ਕਰਦੇ, ਵਰਬਲ ਗੱਲਾਂ ਤੈਅ ਕੀਤੀਆਂ ਤੇ ਕੰਮ ਟੁਰ ਪਿਆ, ਦੋਨੇ ਮਿਹਨਤ ਕਰਨ ਲੱਗ ਪਏ। ਜਦੋਂ ਕੰਮ ਚੱਲ ਪਿਆ ਤੇ ਫਿਰ ਉਹੋ ਹੀ ਪਾਰਟਨਰ ਚੁੱਪਣ ਲੱਗ ਪਿਆ। ਉਹ ਜਿਹੜਾ ਇਤਬਾਰ, ਐਕਸਟਰਾ ਇਤਬਾਰ ਕੀਤਾ ਹੁੰਦਾ, ਹੁਣ ਉਹ ਤੰਗ ਕਰ ਰਿਹਾ ਤਾਂ ਤੁਸੀਂ ਉਦੋਂ ਇਤਬਾਰ ਨਾ ਕਰਦੇ। ਤੁਸੀਂ ਇਹ ਸਮਝੋ ਕਿ ਅਜਨਬੀ ਬੰਦਾ ਬੈਠਾ ਹੈ, ਸਹੀ, ਇਹਦੇ ਨਾਲ ਮੈਂ ਕਾਂਟੈਕਟ ਕਰ ਰਿਹਾ। ਤੁਸੀਂ ਮੇਕ ਇਟ ਇਨ ਰਾਈਟਿੰਗ। ਜਦੋਂ ਤੁਸੀਂ ਰਾਈਟਿੰਗ ਕਰਦੇ ਹੋ, 100 ਚੀਜ਼ਾਂ ਆਉਣਗੀਆਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਮਫਾਦਾਤ ਤੇ ਫਰਦਰ ਜਾ ਕੇ ਤੇ ਪ੍ਰੋਬਲਮ ਦੇਗੀ। ਇਸੇ ਤਰ੍ਹਾਂ ਉਹਨੂੰ ਵੀ ਆਉਣਗੀਆਂ, ਉਹਦੇ 'ਚ ਕੁਛ ਅਮੈਂਡਮੈਂਟ ਹੋਏਗੀ। ਅਲਟੀਮੇਟਲੀ ਇੱਕ ਬਿਹਤਰ ਕਾਂਟਰੈਕਟ ਜਿਹੜਾ ਉਹ ਤੁਹਾਡੇ ਕੋਲ ਆ ਜਾਏਗਾ। ਦੂਸਰੀ ਚੀਜ਼ ਜਿਹੜੀ ਹੈ ਪਾਰਟਨਰਸ਼ਿਪ ਨੂੰ ਕਾਮਯਾਬ ਕਰਨ ਲਈ, ਉਹ ਜਿਹੜੀ ਬੜੀ ਜ਼ਰੂਰੀ ਹੈ, ਉਹ ਇਹ ਕਿ ਜਿਹੜੀ ਹੈ ਨਾ ਐਕਸੈਸ ਟੂ ਦਾ ਅਕਾਊਂਟਸ ਜਾਂ ਮਨੀ ਮੈਟਰਸ ਦੇ ਉੱਤੇ, ਇਹ ਦੋਨਾਂ ਦੀ ਇਕੁਅਲ ਹੋਣਾ ਬੜਾ ਜ਼ਰੂਰੀ। ਸਹੀ। ਮਤਲਬ ਕੋਈ ਓਲਾ ਨਹੀਂ ਹੋਣਾ ਚਾਹੀਦਾ। ਓਲਾ ਨਹੀਂ ਹੋਣਾ ਚਾਹੀਦਾ, ਸਪੈਸ਼ਲੀ ਜਿਹੜੇ ਮਨੀ ਮੈਟਰਸ। ਅੱਛਾ, ਕਾਰੋਬਾਰ ਕੋਈ ਬੰਦਾ ਸ਼ੁਰੂ ਕਰਦਾ, ਨਵਾਂ ਬੱਚਾ ਕੁਛ ਕਰਦਾ, ਅਸੀਂ ਚਲੋ ਇਹੀ ਗੱਲ ਕਰਨੇ ਆ, ਕੋਈ ਨਵਾਂ ਬੰਦਾ ਸ਼ੁਰੂ ਕਰਦਾ, ਕੋਈ ਪੈਸੇ ਉਹਦੇ ਕੋਲ ਹੈ ਨੇ, ਤੇ ਉਹ ਤੁਸੀਂ ਉਹ ਦੇਖਦਾ ਜੀ ਕਿ ਸਹੀ ਸਾਹਿਬ ਨੇ ਇੱਕ ਫੈਕਟਰੀ ਲਾਈ ਹੈ, ਚੱਲਦੀ ਹੈ ਪਈ, ਤੇ ਮੈਂ ਵੀ ਇਹੋ ਲਾ ਲਾਂ। ਉਹ ਕਿਉਂ ਨਹੀਂ ਦੇਖਦਾ ਕਿ ਮੈਂ ਦੇਖਾਂ ਪਹਿਲਾਂ ਮਾਰਕੀਟ ਜ਼ਰੂਰਤ ਕੀ ਹੈ, ਜਿਹੜਾ ਇਹ ਮਾਲ ਤਿਆਰ ਕਰ ਰਹੇ ਨੇ, ਕਿਆ ਮਾਰਕੀਟ 'ਚ ਡਬਲ ਜ਼ਰੂਰਤ ਹੈ ਕਿ ਨਹੀਂ ਹੈ। ਸਾਡੇ ਬੰਦੇ ਇਹ ਦੇਖਦੇ ਨੇ ਕਿ ਇਹ ਅਗਰ CNG ਖੁੱਲ੍ਹ ਗਏ ਨੇ ਤੇ 50 ਬੰਦੇ ਨੇ CNG ਖੋਲ੍ਹ ਲਏ ਨੇ, ਸ਼ਾਦੀ ਵਾਲ ਬਣਦੇ ਨੇ ਤਾਂ ਲੋਕਾਂ ਨੇ ਸ਼ਾਦੀ ਵਾਲ ਬਣਾਉਣਾ ਸ਼ੁਰੂ ਕਰ ਦਿੱਤੇ ਨੇ। ਕਿ ਸਾਡੇ ਲੋਕ ਜਿਹੜੇ ਨੇ ਉਹ ਫਿਰ ਉਹ ਗੱਲ ਹੈ ਕਿ ਬਗੈਰ ਸੋਚੇ ਸਮਝੇ ਤੋਂ, ਬਗੈਰ ਹੋਮਵਰਕ ਤੋਂ, ਜਾਂ ਬਗੈਰ ਮਾਰਕੀਟ ਵੈਲਿਊ ਦੇਖੇ ਕਿ ਬਾਜ਼ਾਰ ਵਿਕਦਾ ਕੀ ਹੈ, ਸਿਰਫ ਉਹ ਕਿਸੇ ਨੂੰ ਦੇਖ ਕੇ ਆਪਣਾ ਮੁੱਲ ਲਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਬੜਾ ਵੱਡਾ ਅਲਮੀਆ ਹੈ, ਇਹਨੂੰ ਤੇ ਅਸੀਂ ਭੇਡ ਚਾਲ ਕਹਿੰਦੇ। ਇੱਕ ਬੰਦਾ ਇੱਧਰ ਟੁਰ ਰਿਹਾ, ਸਾਰੇ ਉੱਧਰ ਟੁਰ ਪਾਉਂਦਾ। ਮੈਂ ਇੱਕ ਫੈਕਟਰੀ ਲਾਈ, ਫਰਜ਼ ਕਰੋ ਪੱਖਿਆਂ ਦੀ ਫੈਕਟਰੀ ਲਾਈ, ਮੈਂ ਵੱਡਾ ਸਾਰਾ ਬੋਰਡ ਲਾ ਲਿਆ ਬਾਹਰ। ਦੂਜੇ ਸਾਲ ਮੈਂ ਕਰੋਲਾ ਲੈ ਲਈ, ਤੀਜੇ ਸਾਲ ਮੈਂ ਉਸ ਤੋਂ ਵੀ ਵੱਡੀ ਗੱਡੀ ਲੈ ਲਈ, ਚੌਥੇ ਸਾਲ ਮੈਂ ਜੀਪ ਰੱਖ ਲਈ। ਹੁਣ ਸਭ ਤੁਹਾਨੂੰ ਇਹ ਪਤਾ ਹੈ ਕਿ ਮੈਂ ਇਹਨਾਂ ਯਾਰਾਂ ਪੱਖਿਆਂ ਦੀ ਫੈਕਟਰੀ ਲਾਈ ਹੈ। ਹਾਂਜੀ। ਤੇ ਵੇਖ ਲਓ 4 ਸਾਲਾਂ 'ਚ ਕਿੱਥੇ ਪਹੁੰਚ ਗਿਆ, ਕਿੱਥੇ ਪਹੁੰਚ ਗਿਆ ਬੰਦਾ, ਕਿੱਥੇ ਪਹੁੰਚ ਗਿਆ। ਹੁਣ ਹੋ ਸਕਦਾ ਹੈ ਕਿ ਮੈਂ ਅੰਦਰ ਪੱਖੇ ਬਣਾਉਂਦਾ ਹੀ ਨਾ ਹੋ, ਮੈਂ ਕਿਸੇ ਕੋਲ ਪੱਖੇ ਖਰੀਦ ਕੇ ਆਪਣੇ ਨਾਂ ਦੇ ਵਿੱਚ ਹੀ ਜਾ ਰਿਹਾ ਹਾਂ, ਪਿੱਛੇ ਮੇਰਾ ਕੰਮ ਕੁਛ ਹੋਰ ਹੋ, ਮੈਂ ਕੋਈ ਪ੍ਰਾਪਰਟੀ ਦਾ ਕਰਦਾ ਹਾਂ ਜਾਂ ਕੋਈ ਮਸ਼ੀਨਰੀ ਦੀ ਲੈਣ ਦੇਣ ਕਰ ਰਿਹਾ ਹਾਂ। ਸਹੀ। ਇੱਕ ਤੇ ਇਹ ਚੀਜ਼ ਜਿਹੜੀ ਨਾ, ਇਹ ਵੇਖੋ ਵੇਖੀ ਦੇ ਵਿੱਚ, ਹੁਣ ਜਿਹਨੇ ਮੈਨੂੰ ਵੇਖ ਕੇ ਪੱਖਿਆਂ 'ਚ ਆ ਜਾਣਾ, ਉਹਨੇ ਤਾਂ ਮਾਰ ਹੀ ਖਾਣੀ। ਬਿਲਕੁਲ ਸਹੀ। ਅਸਲ 'ਚ ਬਿਜ਼ਨਸ ਦਾ ਜਿਹੜਾ ਨਵਾਂ ਬਿਜ਼ਨਸ ਸਟਾਰਟ ਕਰਨਾ, ਤੁਸੀਂ ਅਗਰ ਐਗਜ਼ਿਸਟਿੰਗ ਬਿਜ਼ਨਸਿਸ ਨੂੰ ਫਾਲੋ ਕਰਕੇ ਆਓਗੇ ਤਾਂ ਤੁਸੀਂ ਮਾਰ ਹੀ ਖਾਓ। ਸਹੀ। ਸਿੱਧੀ ਜਿਹੀ ਗੱਲ, ਭੇਡ ਚਾਲ ਦੇ ਵਿੱਚ ਅਗਰ ਪਹਿਲੀ ਭੇਡ ਮਰ ਜਾਂਦੀ ਹੈ। ਲੇਕਿਨ ਤੁਸੀਂ ਸਾਰੇ ਜਿਹੜੀ ਗੱਲ ਕੀਤੀ ਹੈ ਨਾ ਕਿ ਕੋਈ ਬੰਦਾ ਕਰ ਰਿਹਾ, ਅਗਰ ਉਹਨੂੰ ਦੇਖ ਕੇ ਕਰਦੇ ਹੋ ਤਾਂ ਮਾਰ ਖਾਓਗੇ, ਲੇਕਿਨ ਸਾਡਾ ਜਿਹੜਾ ਨਿਜ਼ਾਮੇ ਤਲੀਮ ਫਿਰ ਕਹਾਂਗੇ ਉੱਥੇ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਅਮਲੀ ਜ਼ਿੰਦਗੀ 'ਚ ਕਾਮਯਾਬ ਕਿਸ ਤਰ੍ਹਾਂ ਹੋਣਾ ਹੈ। ਸਰ ਬਹੁਤ ਸਾਰਾ ਮੈਂ ਤੁਸੀਂ ਨਾਈਟ ਕਰਦਾ ਜਾਣਾ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਕੰਮ ਸ਼ੁਰੂ ਕਰਦਾ ਹੈ, ਉਹ ਕਾਮਯਾਬ ਹੁੰਦਾ ਹੈ,
ਅੱਛਾ ਵਿਹਾਰ ਵੀ ਚੱਲਦਾ ਪਿਆ, ਦਾ ਪੈਸੇ ਵੀ ਆ ਰਹੇ ਨੇ, ਉਹ ਅਚਾਨਕ ਕੋਈ ਚੱਕਰ ਆਉਂਦਾ, ਕੋਈ ਨਾਕਾਮ ਹੋ ਜਾਂਦਾ। ਸਾਡਾ ਮੁਆਸ਼ਰਾ ਕਿਉਂ ਨਹੀਂ ਬੱਚਿਆਂ ਨੂੰ ਪੜ੍ਹਾਉਂਦਾ ਕਿ ਨਾਕਾਮੀ ਆਣੀ ਹੈ ਤੇ ਨੱਸਣਾ ਨਹੀਂ, ਛਪਣਾ ਨਹੀਂ, ਫੇਸ ਕਰਨਾ ਹੈ। ਉਹ ਨੱਸਿਆ ਛਪਿਆ ਘਰ ਵੀ ਵਿਕ ਜਾਂਦਾ ਹੈ, ਤੇ ਅਗਰ ਫੇਸ ਕਰੋ ਤਾਂ ਤੁਸੀਂ ਬਚ ਸਕਦੇ ਹੋ। ਇਹ ਸਰ ਕਿਉਂ ਲੋਕ ਦੱਸਦੇ ਲੋਕਾਂ ਨੂੰ? ਯਾਰ ਇਹ ਜਿਹੜੀ ਤੁਸੀਂ ਗੱਲ ਸਭ ਤੋਂ ਪਹਿਲੇ ਕਹੀ ਹੈ, ਵਿਹੜਾ ਜੀ ਜੀ, ਜਿੱਥੇ ਅਸੀਂ ਬੈਠੇ, ਇਹ ਚੀਜ਼ ਜਿਹੜੀ ਹੈ ਨਾ, ਇਹ ਵਿਹੜਾ ਸਿਖਾਉਂਦਾ ਕਿ ਜੇ ਤੂੰ ਨਾਕਾਮ ਹੋਣਾ ਨਾ ਤੇ ਤੂੰ ਭੱਜਣਾ ਨਹੀਂ, ਅਸੀਂ ਤੇਰੇ ਨਾਲ ਹਾਂ। ਉਹ ਸਪੋਰਟ ਵੀ ਦਿੰਦੇ ਨੇ ਜਿਹੜੇ ਵਿਹੜੇ ਦੇ ਬਾਸੀ ਹੁੰਦੇ ਨੇ। ਹਾਂਜੀ, ਉਹ ਕੰਡ ਤੇ ਹੱਥ ਵੀ ਰੱਖਦੇ ਨੇ, ਹੌਸਲਾ ਵੀ ਦਿੰਦੇ ਨੇ, ਸਹੀ ਹੈ, ਤਰੀਕੇ ਵੀ ਦੱਸਦੇ ਨੇ ਆਪਣੇ ਤਜਰਬੇ ਦੇ ਮੁਤਾਬਕ। ਜਿਹਨੇ ਜੋ ਹੁੰਦੇ ਨਾਲ ਤਾਵਨ ਵੀ ਕਰਦੇ ਨੇ, ਨਾਲ ਹੁਣ ਜਦੋਂ 4 ਹੱਥ ਪਿੱਛੇ ਆਉਂਦੇ ਨੇ ਨਾ ਤੁਹਾਡੇ, ਤੇ ਤੁਹਾਡੇ ਨਾਲ 2 ਚਿਹਰੇ ਅੱਗੇ ਫੇਸ ਕਰਨ ਵਾਲੇ ਵੀ ਆ ਜਾਂਦੇ। ਸਹੀ ਹੈ। ਉਹ ਜਿਹੜੇ ਵਿਹੜੇ ਵਾਲਾ ਕਨਸੈਪਟ, ਅੱਛਾ ਫਿਰ ਉਹਨੇ ਦੱਸਣਾ ਕਿ ਪੁੱਤਰ ਜੇ ਤੂੰ ਭੱਜ ਗਿਆ ਨਾ ਤੇ ਤੈਨੂੰ ਇਹ ਨੁਕਸਾਨ ਹੋਣਗੇ, ਫਿਰ ਤੂੰ ਦੁਬਾਰਾ ਇੱਥੇ ਕਦੀ ਨਹੀਂ ਵੜ ਸਕਦਾ। ਤੇ ਜੇ ਤੂੰ ਨਾ ਭੱਜਿਆ, ਖਲੋ ਗਿਆ, ਲੋਕਾਂ ਨਾਲ ਫੇਸ ਕੀਤਾ, ਇਸ ਕ੍ਰਾਈਸਿਸ ਨੂੰ ਬਰਦਾਸ਼ਤ ਕੀਤਾ, ਤੇ ਫਿਰ ਤੂੰ ਇੱਕ ਵਾਰੀ ਰਾਈਜ਼ ਕਰਾਂਗਾ। ਇਹ ਹੁਣ ਉਹਨੂੰ ਨਹੀਂ ਪਤਾ ਕਿ ਇਹ ਮੈਂ ਦੁਬਾਰਾ ਰਾਈਜ਼ ਕਰ ਸਕਦਾ, ਉਹ ਫਿਰ ਸ਼ਾਰਟ ਕੱਢ ਲਾ। ਇਹ ਜਿਹੜਾ ਵਿਹੜਾ ਹੈ ਨਾ, ਉਹਨੇ ਦੱਸਣਾ। ਬਿਲਕੁਲ ਸਹੀ ਗੱਲ ਹੈ। ਲੇਕਿਨ ਸਰ ਦੇਖਿਆ ਅਸੀਂ ਇਹ, ਜਦੋਂ ਮੈਂ ਫਿਰ ਗੱਲ ਉਹੀ ਕਰਾਂਗਾ, ਜਦੋਂ ਅਸੀਂ ਵਿਹੜਾ ਆਪਣਾ ਉਹ ਖ਼ਤਮ ਕਰ ਦਿੱਤਾ, ਘਰਾਂ ਦੇ ਵਿੱਚੋਂ ਅਸੀਂ ਬੈਠਕਾਂ ਬੰਦ ਕਰ ਦਿੱਤੀਆਂ ਨੇ, ਤਾਂ ਅਸੀਂ ਜਦੋਂ ਜਿਹੜਾ ਨਾ ਉਹ ਆਂਢੀਆਂ ਗੁਆਂਢੀਆਂ ਵਾਸਤੇ ਦਰਵਾਜ਼ਾ ਖੋਲ੍ਹਣਾ ਖ਼ਤਮ ਕਰਤਾ। ਮਾੜੇ ਰਿਸ਼ਤੇਦਾਰ, ਮਤਲਬ ਕਿ ਤਗੜਾ ਰਿਸ਼ਤੇਦਾਰ ਵੀ ਜਦੋਂ ਆਉਂਦਾ ਨਾ ਘਰ, ਤੇ ਬੁੱਢੀਆਂ ਸੋਚਦੀਆਂ ਨੇ ਪਹਿਲਾਂ ਘਰ ਕੁਛ ਸ਼ੈ ਹੈ ਕਿ ਨਹੀਂ ਹੈ, ਇਹ ਕੀ ਸੋਚੇਗਾ। ਤੇ ਇੱਕ ਅਸੀਂ ਆਪਣੇ ਨਾਲ ਇੱਕ ਐਵੇਂ ਦੀਵਾਰ ਵੀ ਬਣਾ ਲਈ ਹੈ ਵੀ। ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਮਹਿਮਾਨ ਰੱਬ ਦੀ ਰਹਿਮਤ ਹੁੰਦੇ ਨੇ, ਲੇਕਿਨ ਸਾਡੇ ਜਦੋਂ ਮਹਿਮਾਨ ਆਉਂਦੇ ਨੇ, ਇੱਕ ਆਮ ਚੀਜ਼ ਦੇਖੀ ਜਾਂਦੀ ਹੈ, ਤੇ ਖਵਾਤੀਨ ਪਰੇਸ਼ਾਨ ਨਹੀਂ ਹੋ ਜਾਂਦੀਆਂ ਵੀ। ਯਾਰ ਇਹ ਜਿਹੜਾ ਅਹਿਸਾਸ ਕਮਤਰੀ ਹੈ ਨਾ ਸਾਡੇ 'ਚ, ਇਹ ਲੈ ਦੇ ਗਿਆ ਸਰ। ਇਹ ਉਹ ਜਿਹੜੀ ਪੰਜਾਬੀ ਦੀ ਇੱਕ ਮਿਸਾਲ ਹੈ ਨਾ ਕਿ ਖਾਂਦੀ ਛੋਲੇ ਤੇ ਡਕਾਰ ਬਦਾਮਾਂ ਦੇ, ਤੇ ਇਹ ਹੋ ਨਹੀਂ ਸਕਦਾ। ਇਹ ਸਾਨੂੰ ਪਤਾ ਵੀ ਹੈ ਕਿ ਨਹੀਂ ਹੋ ਸਕਦਾ, ਫਿਰ ਵੀ ਅਸੀਂ ਸ਼ੁਕਰ। ਅਗਰ ਕਿਤੇ ਸਾਡੇ ਜ਼ਿਹਨਾਂ 'ਚ ਇਹ ਗੱਲ ਵੜ ਜਾਏ ਕਿ ਸੱਚਾਈ ਹੈ, ਝੂਠ ਹੈ, ਅਸੀਂ ਜਿੱਦਾਂ ਮਰਜ਼ੀ ਉੱਤੇ ਮਲਮਾ ਚੜਾ ਲਈਏ, ਜਿੰਨੇ ਮਰਜ਼ੀ ਅਸੀਂ ਪੋਲਿਸ਼ਾਂ ਕਰ ਲਈਏ, ਇਹ ਤੇਜ਼ ਹਵਾ ਜ਼ਰਾ ਆਈ ਜਾਂ ਥੋੜੀ ਜਿਹੀ ਬਾਰਿਸ਼ ਆਈ ਤੇ ਵਿੱਚੋਂ ਹੋਸ਼ ਹੀ ਨਿਕਲਣਾ, ਲੋਕਾਂ ਨੂੰ ਪਤਾ ਲੱਗ ਹੀ ਜਾਣਾ। ਤੇ ਜੇ ਅਸੀਂ ਉਸ ਹੈਸੀਅਤ ਨੂੰ ਮੰਨ ਕੇ ਆਪਣੀ ਤੇ ਆਉਣ ਵਾਲੇ ਦੀ ਦਰਵਾਜ਼ੇ ਖੋਲਾਂਗੇ ਨਾ, ਤੇ ਮਾਨਾ ਨਾ ਸਾਨੂੰ ਕੋਈ ਐਕਸਟਰਾ ਤਕੱਲਫ ਕਰਨ ਦੀ ਲੋੜ। ਹਾਂਜੀ, ਅਗਰ ਮੈਂ ਇਹ ਸ਼ੋਅ ਨਹੀਂ ਕਰਦਾ ਕਿ ਮੈਂ ਛੋਟਾ ਗੋਸ਼ਤ ਖਾਣਾ, ਨਾਲ ਮੇਰੇ ਫਰੂਟ ਹੁੰਦਾ ਤੇ ਨਾਲ ਇਹ ਉਹ ਹੁੰਦਾ, ਤੇ ਮੈਂ ਬ੍ਰਾਂਡਡ ਕੱਪੜੇ ਪਾਣਾ, ਅਗਰ ਮੈਂ ਨਾ ਸ਼ੋਅ ਕਰਾਂ ਤੇ ਮੈਨੂੰ ਆਉਣ ਵਾਲੇ ਪ੍ਰਾਹੁਣੇ ਦਾ ਕੋਈ ਭਾਰ ਹੀ ਨਹੀਂ। ਸਹੀ ਗੱਲ ਹੈ। ਮੈਂ ਸਰ ਇਹ ਗੱਲ ਕਰ ਰਿਹਾ ਨਾ ਕਿ ਸਾਡੇ ਅੱਜ ਕੱਲ੍ਹ ਜਿਹੜਾ ਨਾ ਉਹ ਅਸੀਂ ਇਹ ਸੋਚਦੇ ਹਾਂ ਕਿ ਪੁਰਾਣਾ ਆ ਰਿਹਾ, ਮਾਸੜ ਆ ਰਿਹਾ, ਫੁੱਫੜ ਆ ਰਿਹਾ, ਤਾਇਆ ਆ ਰਿਹਾ, ਆਂਢੀ ਗੁਆਂਢੀ ਆ ਰਿਹਾ, ਕੋਈ ਵੀ ਆ ਰਿਹਾ, ਉਹਦੇ ਅੱਗੇ ਅੱਛੀ ਚੀਜ਼ ਪੇਸ਼ ਕਰਨੀ ਹੈ। ਫਿਰ ਇਸ ਤਰ੍ਹਾਂ ਵੀ ਹੁੰਦਾ ਪਿਆ ਅੱਜ ਕੱਲ੍ਹ, ਦਿਖਾਵਾ ਇੰਨਾ ਹੋ ਗਿਆ ਕਿ ਮੇਰੇ ਬੱਚਿਆਂ ਦੇ ਦੋਸਤ ਮਿਲਿਆ 2 ਦਿਨ ਪਹਿਲੇ, ਕਹਿੰਦਾ ਮੈਨੂੰ ਸ਼ੂਗਰ ਹੈ, ਤੇ ਜਿਸ ਘਰ ਮੈਂ ਗਿਆ ਉਹਨਾਂ ਮੈਨੂੰ ਜ਼ਬਰਦਸਤੀ ਬੋਤਲ ਪਿਆਈ ਹੈ, ਨਹੀਂ ਤੁਸੀਂ ਪੀਣੀ ਹੈ। ਮਤਲਬ ਅਸੀਂ ਇਸ ਤਰ੍ਹਾਂ ਦੇ ਹੋ ਗਏ ਹਾਂ ਦਿਖਾਵੇ ਵਾਸਤੇ ਕਿ ਬੋਤਲ ਅਗਰ ਨਹੀਂ ਪਿਆਈ ਤਾਂ ਕਦੇ ਆਪਣੀ ਬੋਤਲ ਹੀ ਪਿਆਈਏ। ਇਹ ਸਾਡੇ ਅੰਦਰ ਕਮਜ਼ੋਰੀਆਂ ਨੇ ਨਾ ਅਖਲਾਕੀ। ਉਹ ਫਿਰ ਉਹੀ ਗੱਲ ਆ ਜਾਂਦੀ ਕਿ ਸਾਡਾ ਅਖਲਾਕੀਆਤ ਦੇ ਲਿਹਾਜ਼ ਨਾਲ, ਜਾਂ ਅਸੀਂ ਜਿਹੜਾ ਨਾ ਉਹ ਆਪਣੇ ਜਿਹੜਾ ਵਿਹੜੇ ਤੋਂ ਨਿਕਲ ਕੇ ਜਦੋਂ ਅਸੀਂ ਆ ਗਏ ਹਾਂ, ਉਹਦੇ 'ਚ ਡਰਾਇੰਗ ਰੂਮ 'ਚ ਆ ਗਏ ਹਾਂ, ਤਾਂ ਅਸੀਂ ਬਹੁਤ ਕੁਝ ਗਵਾ ਚੁੱਕੇ ਹਾਂ। ਯੈਸ, ਇਟ ਇਜ਼ ਦੇਅਰ। ਅਸੀਂ ਬਹੁਤ ਸਾਰਾ ਚੀਜ਼ਾਂ ਜਿਹੜੀਆਂ ਨੇ, ਦੇਖੋ ਜ਼ਮਾਨੇ ਦੇ ਨਾਲ ਚੀਜ਼ਾਂ ਬਦਲਦੀਆਂ ਨੇ। ਅੱਛਾ, ਜੇ ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਰਿਫਾਈਨ ਕਰਕੇ ਇਸਤੇਮਾਲ ਕਰੀਏ ਤਾਂ ਉਹ ਫਾਇਦਾ ਦਿੰਦੀ, ਤੇ ਜੇ ਉਹ ਬਦਲ ਦਈਏ ਨਾ
ਤੇ ਫਿਰ ਪੁਰਾਣੀਆਂ ਦੇ ਜਿਹੜੇ ਬੈਨੀਫਿਟ ਸਨ ਉਹ ਤਾਂ ਮੁੱਕ ਗਏ ਤੇ ਨਵੀਂ ਆਉਣ ਵਾਲੀ ਜਿਹੜੀ ਚੀਜ਼ ਹੈ ਨਾ ਉਹਦੇ ਸਾਰੇ ਨੁਕਸਾਨਾਤ ਵੀ ਅਸੀਂ ਅਪਣਾ ਲਏ। ਅਸੀਂ ਆਪਣਾ ਦੂਹਰਾ ਨੁਕਸਾਨ ਕਰ ਲਿਆ। ਤੇ ਜੇ ਪੁਰਾਣੀ ਰਵਾਇਤ ਨੂੰ ਅਸੀਂ ਵਕਤ ਦੇ ਨਾਲ ਚੇਂਜ ਕਰਕੇ ਉਹਨੂੰ ਰਗਲ ਨਾ ਕਰੀਏ, ਉਹਦੇ 'ਚ ਬਿਹਤਰੀ ਕਰ ਲਈਏ, ਤੇ ਉਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਪੁਰਾਣੇ ਜਿਹੜੀ ਰਵਾਇਤ ਹੈ ਉਹਦੇ ਫਾਇਦੇ ਵੀ ਸਾਰੇ ਆ ਗਏ ਤੇ ਜਿਹੜੇ ਕੋਈ ਉਹਦੇ ਨੁਕਸਾਨ ਹੈਗੇ ਸਨ ਉਹਨਾਂ ਨੂੰ ਤੁਸੀਂ ਬਦਲ ਲਿਆ। ਅੱਛਾ ਸਰ, ਮੈਂ ਫਿਰ ਗੱਲ ਕਰਨਾ, ਸਾਡੇ ਜਦੋਂ ਵਿਹੜੇ ਆਵਾਜ਼ ਸੀ ਤਾਂ ਅਸੀਂ ਜਿਸ ਤਰ੍ਹਾਂ ਅਸੀਂ ਵੱਡਿਆਂ ਕੋਲ ਬਹਿੰਦੇ ਸੀ, ਅਸੀਂ ਆਂਢੀਆਂ ਗੁਆਂਢੀਆਂ ਕੋਲ, ਦੋਸਤਾਂ ਕੋਲ, ਯਾਰਾਂ ਕੋਲ ਗੱਪਸ਼ੱਪ ਲਾਉਂਦੇ ਸੀ, ਹੱਸਦੇ ਖੇਡਦੇ ਸੀ, ਬਗੈਰ ਲਾਲਚ ਤੋਂ ਮਿਲਦੇ ਸੀ ਤਾਂ ਅਸੀਂ ਫਰੈਸ਼ ਹੋ ਜਾਂਦੇ ਸੀ। ਹੁਣ ਜਦੋਂ 4 ਪੈਸੇ ਆ ਜਾਂਦੇ ਨੇ ਉਹ ਕਿਸੇ ਹੋਰ ਨੂੰ ਤਾਂ ਮਿਲਦਾ ਨਹੀਂ ਹੈ ਵੀ, ਤੇ ਘਰ ਹੀ ਗੁੱਸਾ ਬੇਗਮ ਤੇ ਬੱਚਿਆਂ ਦੇ ਦਾएं ਬਾएं, ਮਤਲਬ ਗੋਲੀਆਂ ਵੀ ਖਾਣੀਆਂ ਨੇ। ਬੜੀ ਅੱਛੀ ਗੱਲ ਤੁਸੀਂ ਕੀਤੀ, ਬਿਹਤਰੀਨ। ਇਸੇ ਤਰ੍ਹਾਂ ਹੀ ਬਿਲਕੁਲ ਇੰਝ ਹੀ ਹੈ ਕਿ ਅਸੀਂ ਉਹ ਜੋ ਮੁਆਸ਼ਰੇ ਦੀ ਪੜਾਸ ਸੀ ਨਾ ਉਹ ਸਾਰੀ ਆਪਣੇ ਅੰਦਰ ਪਾ ਲਈ ਤੇ ਹੁਣ ਕੱਢਣ ਦੀ ਇੱਕੋ ਹੀ ਜਾ ਹੈ, ਉਹ ਲੋਕ ਨੇ ਜਿਹੜੇ ਤੁਹਾਡੇ ਮਾਤਹਿਤ। ਹਾਂਜੀ, ਮਾਤੇ 'ਚ ਬੀਵੀ ਵੀ ਆ ਗਈ, ਬੱਚੇ ਵੀ ਆ ਗਏ, ਤੇ ਉਹ ਸਾਰੇ ਆ ਗਏ। ਤੇ ਹੁਣ ਜਦੋਂ ਅਸੀਂ ਇਹ ਕੜਵਾਹਟ ਉਹਨਾਂ ਨੂੰ ਦੇਣੀ ਹੈ ਤੇ ਉਹਨਾਂ ਨੇ ਅੱਗੋਂ ਕਿਹੜਾ ਕੋਈ ਸ਼ਰੀਨੀ ਵੰਡਣੀ ਸਹੀ ਹੈ, ਉਹ ਵੀ ਤੇ ਫਿਰ ਇਹੀ ਕੜਵਾਹਟ ਹੀ। ਤੇ ਮੁਆਸ਼ਰੇ 'ਚ ਜਿਹੜੀਆਂ ਖਰਾਬੀਆਂ ਪੈਦਾ ਹੁੰਦੀਆਂ ਇਸੇ ਤਰ੍ਹਾਂ ਹੀ ਛੋਟੀਆਂ ਛੋਟੀਆਂ ਚੀਜ਼ਾਂ, ਜਿਵੇਂ ਅਸੀਂ ਵਿਹੜੇ ਦੀ ਗੱਲ ਕਰ ਰਹੇ ਹਾਂ, ਅਸੀਂ ਛੋਟੀ ਜਿਹੀ ਕਿਸੇ ਚੀਜ਼ ਨੂੰ ਅਗਰ ਖ਼ਤਮ ਕਰ ਦਿੰਦੇ ਤੇ ਉਹਦੇ ਨਤਾਇਜ ਸਿਰਫ ਉਸ ਫੈਮਿਲੀ ਤੇ ਨਹੀਂ ਹੁੰਦੇ, ਉਹ ਪੂਰੀ ਸੁਸਾਇਟੀ ਤੇ ਹੁੰਦੇ ਨੇ। ਐਸਾ ਹੀ ਤੇ ਸੁਸਾਇਟੀਆਂ ਚੇਂਜ ਹੋ ਜਾਂਦੀਆਂ, ਕਿੱਥੋਂ ਦੇ ਕਿੱਥੇ ਲੋਕ ਚੱਲ ਜਾਂਦੇ ਜੋ ਸਾਡੇ ਨਾਲ ਹੋ ਰਿਹਾ। ਐਸਾ ਹੀ ਬਿਲਕੁਲ ਸਾਡੇ ਇਖਲਾਕੀਆਤ, ਅਦਬੋ ਦਾ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਕਿਸੇ ਜ਼ਮਾਨੇ 'ਚ ਸਾਡੇ ਜਿਹੜਾ ਟੀਚਰ ਹੁੰਦਾ ਸੀ ਉਹ ਬੰਦਾ ਮਿਸ਼ਨਰੀ ਹੁੰਦਾ ਸੀ, ਉਹ ਮਿਸ਼ਨ ਲੈ ਕੇ ਚੱਲਦਾ ਸੀ। ਤੁਹਾਡੀ ਇਸੇ ਗੱਲ ਤੋਂ ਨਾ ਮੈਨੂੰ ਯਾਦ ਆ ਗਿਆ ਕਿ ਸਾਡੇ ਅੱਜ ਕੱਲ੍ਹ ਜਿਹੜਾ ਨਾ ਸਭ ਤੋਂ ਵੱਡੀ ਜ਼ਿਆਦਤੀ ਹੋ ਰਹੀ ਹੈ ਕਿ ਟੀਚਰ ਨੂੰ ਪਹਿਲੀ ਗੱਲ ਤਾਂ ਹੈ ਕਿ ਉਸਤਾਦ ਨੂੰ ਉਹ ਇਹਤਰਾਮ ਨਹੀਂ ਮਿਲਦਾ ਜਿਹੜਾ ਹੱਕ ਬਣਦਾ ਉਹਦਾ ਨੁਕਸਾਨ ਇਹ ਹੋ ਰਿਹਾ ਕਿ ਕੋਈ ਵੀ ਮਾਂ-ਬਾਪ, ਮੇਰੇ ਤੁਹਾਡੇ ਸਮੇਤ, ਆਪਣੇ ਬੱਚਿਆਂ ਨੂੰ ਟੀਚਰ ਬਣਾਉਣ ਨੂੰ ਵਾਸਤੇ ਤਿਆਰ ਨਹੀਂ ਹੈ। ਵੀ ਜਿੰਨੇ ਲੋਕ ਪੜ੍ਹਾ ਰਹੇ ਨੇ, ਬੱਚੀਆਂ ਪੜ੍ਹਾ ਰਹੀਆਂ ਨੇ, ਉਹ ਸਿਰਫ ਅੱਛਾ ਕੁਝ ਜਦੋਂ ਤੱਕ ਜਾਬ ਨਹੀਂ ਮਿਲਦੀ ਇਸ ਸ਼ੋਬੇ 'ਚ ਆਏ ਨੇ। ਜਿਹੜਾ ਸਭ ਤੋਂ ਵੱਡਾ ਸ਼ੋਬਾ ਹੈ, ਜਿਹੜਾ ਅੰਬੀਆਂ ਦੀ ਮਿਰਾਸ ਹੈ, ਉਹਦੇ 'ਚ ਉਹ ਲੋਕ ਕੰਮ ਕਰ ਰਹੇ ਨੇ ਜਿਹੜੇ ਦਿਹਾੜੀਆਂ 'ਤੇ ਨੇ, ਜਿਹੜੇ ਪੀਰੀਅਡ ਦਿਹਾੜੀ ਹੈ ਨਾ, ਤੂੰ ਅੱਧਾ ਘੰਟਾ ਪੜ੍ਹਾਉਣਾ, 2 ਪੀਰੀਅਡ ਪੜ੍ਹਾਉਣੇ ਤੇਰਾ 2000 ਰੁਪਈਆ, 3 ਪੜ੍ਹਾਉਣੇ ਤੇਰਾ 3000। ਇਹ ਸਾਡੇ ਤਲੀਮੀ ਅਦਾਰਿਆਂ 'ਚ ਚੱਲਦਾ ਪਿਆ। ਤੇ ਜਿਨ੍ਹਾਂ ਘੰਟਿਆਂ ਸਾਡਾ ਪੜ੍ਹਾਉਣਾ ਹੈ, ਪੈਸੇ ਲੈਣੇ ਨੇ, ਉਹਦੇ ਕੋਲ ਅਸੀਂ ਕੌਮ ਸਾਜ਼ੀ ਤੋਕੋ ਕਿਸ ਤਰ੍ਹਾਂ ਕਰ ਸਕਦੇ ਹਾਂ? ਜ਼ੀਰੋ। ਬਲਕਿ ਕੌਮ ਦੀ ਸਾਰੀ ਨਾਸਾਜ਼ੀ ਜਿਹੜੀ ਹੈ ਉਹਦੀ ਵਜ੍ਹਾ ਹੀ ਹੈ ਜੋ ਜੱਜ ਨੇ, ਜੋ ਜਰਨੈਲ ਨੇ, ਜੋ ਬਿਊਰੋਕਰੇਟ। ਸਰ, ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਟੀਚਰ ਨੇ ਪੜ੍ਹਾਉਣਾ ਜਿਹਦੇ ਅੰਦਰ ਟੀਚਿੰਗ ਦਾ ਜਜ਼ਬਾ ਨਹੀਂ, ਪੈਸੇ ਕਮਾਉਣ ਦੀ ਰਗਬਤ ਹੈਗੀ, ਤੇ ਉਹਨੇ ਜਿਹੜੀ ਪ੍ਰੋਡਕਟ ਪ੍ਰੋਡਿਊਸ ਕਰਨੀ ਹੈ ਉਹ ਕੀ ਹੋਏਗੀ? ਉਹਦੇ 'ਚ ਤੇ ਇਖਲਾਕੀਆਤ ਦੇ ਨਾਮ ਦੀ ਕੋਈ ਸ਼ੈ ਨਹੀਂ ਹੋ ਸਕਦੀ ਹੈ। ਉਹਦੇ 'ਚ ਕਿਸੇ ਦੂਜੇ ਲਈ ਦਰਦ ਦਿਲ ਵਾਲੀ ਗੱਲ ਤੇ ਕੋਈ ਨਹੀਂ ਹੋ ਰਹੀ। ਜੋ ਅਸੀਂ ਦੇਖ ਰਹੇ ਅਸੀਂ ਮੁਆਸ਼ਰੇ ਦੇ ਵਿੱਚ, ਜੋ ਮੁਆਸ਼ਰੇ 'ਚ ਦੇਖ, ਹਰ ਬੰਦਾ ਜਿਹੜਾ ਕਿਸੇ ਸੀਟ ਤੇ ਪੁੱਜਦਾ ਉਹ ਕਹਿੰਦਾ ਮੈਂ ਜੋਗਾ ਇਕੱਠਾ ਕਰ ਲਾਂ। ਯਾਰ ਰਾਜਾ ਸਾਹਿਬ, ਇਹ ਜਿਹੜਾ ਨਾ ਇਹ ਟੌਪਿਕ ਜਿਹੜਾ ਨਾ ਇਹ ਬੜਾ ਹੀ ਦਰਦਨਾਕ ਹੈ। ਮੈਂ ਕਹਾਂਗਾ ਸਰ, ਉਸ ਤੋਂ ਵੱਡੇ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਹੁਕੂਮਤਾਂ, ਸਾਡੇ ਥਿੰਕ ਟੈਂਕ ਸਾਡੇ ਹੈ ਹੀ ਕੋਈ ਨਹੀਂ ਨਾ। ਸਾਡੇ ਤਾਕਤਵਰ ਮਹਿਕਮੇ ਜਿਹੜੇ ਹਰ ਚੀਜ਼ ਦਾ ਧਿਆਨ ਰੱਖਦੇ ਨੇ, ਹਰ ਚੀਜ਼ ਦੇਖਦੇ ਨੇ, ਕਿਸੇ ਪਾਸੇ ਮੈਂ ਨਹੀਂ ਦੇਖਿਆ ਕਿ ਉਹ ਉਸਤਾਦ ਦੇ ਕਿਰਦਾਰ ਦੇ ਬਾਰੇ 'ਚ ਫਿਕਰਮੰਦ ਹੋਵੇ ਜਾਂ ਉਸਤਾਦ ਨੂੰ ਮੁਕਾਮ ਦੇਣ ਵਾਸਤੇ ਤਿਆਰ ਹੋਵੇ ਜਾਂ ਸੋਚਦੇ ਹੋਵੇ। ਇਲੈਕਸ਼ਨ ਡਿਊਟੀ ਹੈ ਟੀਚਰ, ਮਰਦਮਸ਼ੁਮਾਰੀ ਹੈ ਟੀਚਰ, ਮਤਲਬ ਤੁਸੀਂ ਜਿਹੜਾ ਨਾ ਸਮਝੋ ਕਿ ਰੱਖਿਆ ਇੱਕ ਉਕਾਮਾ ਰੱਖਿਆ। ਉਸਤਾਦ ਦਾ ਮੁਕਾਮ ਤਾਂ ਇੱਕ ਹੋਰ ਹੈ ਨਾ, ਉਹਨੂੰ ਤੁਸੀਂ ਤਨਖਾਹ ਦਿਓ, ਉਹਨੂੰ ਕੋਈ ਘਰ ਤੇਰੇ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਸਕੂਲਾਂ 'ਚ ਹੋਣੀ ਚਾਹੀਦੀਆਂ, ਕਿਤਾਬਾਂ ਪੜ੍ਹ, ਦੁਨੀਆ ਦੇਖ, ਬੱਚਿਆਂ ਫਿਰ ਤੂੰ ਦੁਨੀਆ ਨਾਲ ਚੱਲਣਾ ਸਿਖਾ। ਸਰ ਜੀ, CSS ਕਰਵਾਉਂਦੇ ਹਾਂ ਅਸੀਂ, ਤੇ ਕਿੰਨੀਆਂ ਉਹਨੂੰ ਇਮਤਿਹਾਨਾਂ 'ਚੋਂ ਗੁਜ਼ਾਰ ਕੇ ਕਿੰਨਾ ਉਹ ਸਟੱਡੀ ਕਰਦਾ, ਕਿੰਨਾ ਉਹ ਕਰਦਾ, ਤੇ ਉਹਨੇ ਕੀ ਕਰਨਾ? ਉਹਨੇ ਬਿਊਰੋਕਰੇਸੀ ਚਲਾਉਣੀ।
कि मुल्क का निज़ाम ठीक रहे सारा कुछ। ते जिस बंदे ने पूरी कौम नू बनाना है ਉਹਦੀ इखलाकियत दुरुस्त करनी, ਉਹਦੇ ਲਈ कोई एग्जाम टीचर। और फिर ਜਦੋਂ ਦਾ गवर्नमेंट स्कूलों ਦੇ ਵਿੱਚ ਤੇ गवर्नमेंट ਦੇ ਜਿਹੜੇ ਅੰਡਰ ਅਦਾਰੇ ਨੇ ਉਹਨਾਂ 'ਚ ਇਨਹਿਤਾਤ ਆਇਆ, ਯਾਨੀ ਉਹਨਾਂ 'ਚ ਗਿਰਾਵਟ ਆਈ ਹੈ, ਉਹਨਾਂ ਦਾ ਨਾਮ ਮੁੱਕਿਆ। ਤੇ ਪ੍ਰਾਈਵੇਟ ਜਿਹੜੇ ਨੇ ਉਹ ਰਿਜ਼ਲਟ ਦੀ ਬੇਸ ਤੇ, ਪੜ੍ਹਾਈ ਦੀ ਬੇਸ ਤੇ ਨਹੀਂ, ਰਿਜ਼ਲਟ ਦੀ ਬੇਸ ਤੇ ਤੇ ਡਿਗਰੀਆਂ ਦੀ ਬੇਸ ਤੇ ਲੋਕਾਂ ਨੂੰ ਉਹਨਾਂ ਨੇ ਲੁੱਟਣਾ ਸ਼ੁਰੂ ਕੀਤਾ। ਅਸਲ ਜਦੋਂ ਸਪੇਸ ਖਾਲੀ ਹੋਈ ਹੈ ਨਾ, ਵਕਤ ਦੇ ਨਾਲ ਨਾਲ ਸਾਡੇ ਗੌਰਮੈਂਟ, ਸਾਡੀ ਸਰਕਾਰਾਂ ਨੇ ਜਦੋਂ ਆਬਾਦੀ ਵਧੀ ਹੈ, ਨਵੇਂ ਸਕੂਲ ਨਹੀਂ ਬਣਾਏ, ਆਪਣੇ ਸਕੂਲਾਂ ਦੀ ਹਾਲਤ ਬਿਹਤਰ, ਤੁਸੀਂ ਕਹਿੰਦੇ ਨਾਲ ਨਾਲ ਉਹ ਬਿਹਤਰ ਨਹੀਂ ਕੀਤੀ, ਉੱਥੇ ਅੱਛੀਆਂ ਕਮਰੇ ਨਹੀਂ ਬਣਾਏ, ਅੱਛੀਆਂ ਲੈਬਾਂ ਨਹੀਂ ਬਣਾਈਆਂ, ਤੇ ਪ੍ਰਾਈਵੇਟ ਨੇ ਆ ਕੇ ਇੱਕ ਜਿਹੜੀ ਇੱਕ ਖਲਾ ਸੀ ਨਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹਨਾਂ ਨੇ ਤਜਾਰਤ ਕੀਤੀ। ਫਿਰ ਤੁਹਾਡੇ ਵਾਲੀ ਗੱਲ ਭੇਟ ਚਾਲ ਆ ਗਈ ਹੈ ਨਾ, ਉਹ ਦੇਖਿਆ ਸਕੂਲ ਬਣ ਗਏ, ਕਾਮਯਾਬ ਹੋ ਗਏ, ਬੱਚੇ ਆਣ, ਫਿਰ ਘਰ ਬਾਰ ਲੋਕਾਂ ਤੇ ਜਾ ਗਏ ਜਿਨ੍ਹਾਂ ਦਾ ਤਲਕ ਹੀ ਕੋਈ ਤਾਲੀਮ ਨਾਲ। ਅੱਛਾ ਸਰ, ਤੁਹਾਡੇ ਨਾਲ ਗੱਲਾਂ ਜਿੰਨੀਆਂ ਵੀ ਕਰੀਏ, ਟਾਪਿਕ ਜਿੰਨਾ ਚੱਲਦਾ ਰਹਿ ਸਕਦਾ ਹੈ, ਲੇਕਿਨ ਅਸੀਂ ਇਸ ਚੀਜ਼ ਨੂੰ ਫਿਲਹਾਲ ਖਤਮ ਕਰਾਂਗੇ। ਲੇਕਿਨ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ ਜਾਣ ਲੱਗਿਆ। ਦੋ ਚੀਜ਼ਾਂ ਨੇ, ਸਾਡਾ ਪ੍ਰਾਇਮਰੀ ਟੀਚਰ, ਸਾਡਾ ਪ੍ਰਾਇਮਰੀ ਪ੍ਰੀਚਰ, ਜਿਹਨੇ ਬੱਚੇ ਨੂੰ ਖੜਾ ਕਰਨਾ ਹੈ, ਜਿਹਨੇ ਬੱਚੇ ਨੂੰ ਇਖਲਾਕੀਅਤ ਸਿਖਾਉਣੀ ਹੈ, ਜਿਹਨੇ ਬੱਚੇ ਨੂੰ ਦੱਸਣਾ ਕਿ ਸੱਚ ਕੀ ਹੈ, ਝੂਠ ਕੀ ਹੈ, ਜਿਹਨੇ ਬੱਚੇ ਦਾ ਰੱਬ 'ਤੇ ਯਕੀਨ ਪੈਦਾ ਕਰਨਾ ਹੈ, ਜਿਹਨੇ ਬੱਚੇ ਨੂੰ ਦੁਨੀਆ ਨਾਲ ਦਿਖਾਣੀ ਹੈ, ਇਹ ਦੋਨੋਂ ਸ਼ੋਬੇ ਮੁਕੰਮਲ ਤੌਰ 'ਤੇ ਨਜ਼ਰਅੰਦਾਜ਼ ਨੇ। ਬਹੁਤ ਸਾਰੀਆਂ ਮਸਜਿਦਾਂ ਦੇ ਵਿੱਚ ਜਿਹੜੇ ਮੌਲਵੀ ਸਾਹਿਬ ਨੇ ਨਾ, ਉਹ 7,000 ਤਨਖਾਹ ਦੇ ਨੇ, 6,000 ਦੇ ਨੇ, 10,000 ਦਾ ਨੇ, 15,000 ਦਾ ਵੀ ਨੇ, ਤੇ ਇਹਦੇ ਨਾਲ ਇੰਨੀ ਤਨਖਾਹ ਤਾਂ ਮਜ਼ਦੂਰ ਦੀ ਵੀ ਨਹੀਂ ਹੁੰਦੀ ਹੈ ਵੀ। ਅਸੀਂ ਫਿਰ ਕਿਸ ਤਰ੍ਹਾਂ ਸਰ ਧੋਖੋ ਕਰਨੇ ਆ ਕਿ ਉਹ ਇੱਕ ਮੁਸਲਮਾਨ ਨੂੰ ਅੱਛਾ ਮੁਸਲਮਾਨ ਬਣਾਏਗਾ, ਬੱਚੇ ਨੂੰ ਅੱਛਾ ਆਸ਼ਕ ਰਸੂਲ ਬਣਾਏਗਾ, ਅੱਛਾ ਇੱਕ ਇਨਸਾਨ ਬਣਾਏਗਾ, ਇੱਕ ਖੈਰ ਦਾ ਜਿਹੜਾ ਮੁਸਾਫਰ ਬਣਾਏਗਾ। ਇਸ ਦੇ ਹਿਸਾਬ ਸਾਡੇ ਸਕੂਲਾਂ ਦਾ ਉਹ ਜਿਹੜਾ ਟੀਚਰ ਜਿਹਨੂੰ ਉਹ ਮਾਸਟਰ ਦੀ ਤਰ੍ਹਾਂ ਜਾਂ ਜੋ ਵੀ ਹੈ, ਅਗਰ ਉਹਨੂੰ ਉਹਦੇ ਘਰ ਦੇ ਦੱਸਦੇ ਆ ਕਿ ਮਾਸਟਰ ਹੈ ਤੂੰ, ਤੇ ਉਹ ਸ਼ਰਮਾਉਂਦੇ ਨੇ, ਤੇ ਉਹ ਕਿਸ ਤਰ੍ਹਾਂ ਤਰਬੀਅਤ ਕਰੇਗਾ? ਸਰ ਇਹ ਨਾ ਬਹੁਤ ਵੱਡੀ ਰੈਵੋਲੂਸ਼ਨ ਦੀ ਜ਼ਰੂਰਤ ਹੈ, ਇੱਕ ਇਨਕਲਾਬ ਦੀ ਜ਼ਰੂਰਤ ਹੈ। ਔਰ ਇਹ ਇਨਕਲਾਬ ਸਿਰਫ ਇੱਥੇ ਚਾਹੀਦਾ ਸਰ। ਇਹ ਦੋ ਸ਼ੋਬੇ ਜਿਨ੍ਹਾਂ ਦੀ ਤੁਸੀਂ ਨਿਸ਼ਾਨਦੇਹੀ ਕੀਤੀ, ਪ੍ਰਾਇਮਰੀ ਟੀਚਰ ਔਰ ਪ੍ਰੀਚਰ। मेरा ख्याल है कि अगर कोई भी गवर्नमेंट, कोई भी एक्चुअली मेरा जो मैं गल करना ना, तो मेरे कोशिश होंदी है कि मैं सिर्फ मसला बयान करके ते ओहदे ते नुक्ताचीनी करके ना उठ जा। हुण जो क्योंकि टाइम थोड़ा, तुसीं आखिरी सवाल की गल की ते इहदे ते मैं सिर्फ ये कहांगा कि इहदा सलूशन की है। चाहे वो प्राइवेट स्कूल, चाहे वो पिंड की मस्जिद, जो कोई उत्थे जिहड़ा टीचर काम करेगा या जिहड़ा प्रीचर काम करेगा, ਉਹਦੇ ਲਈ एक CSS टाइप अकैडमी होनी चाहिए। बिल्कुल, कि उथों ਲਈ हर सिटी च होनी चाहिए, ਉਹਦੀ ਜ਼ਰੂਰਤ ਲਈ ਜਿੰਨੇ ਉਹ ਕੰਮ ਕਰਨਾ, ਇਹ ਜਿਹੜਾ ਚਾਹੁੰਦਾ ਮੈਂ ਉੱਥੇ ਜਾਣਾ ਚਾਹੁੰਦਾ, ਉਹ ਉਸ ਅਕੈਡਮੀ 'ਚ ਜਾਏ, ਅਪਲਾਈ ਕਰੇ, ਟੈਸਟ ਪਾਸ ਕਰੇ, ਉਹਦੇ ਪਰ ਟ੍ਰੇਨਿੰਗ ਲਵੇ, ट्रेनिंग लैके तो फिर उन्होंने अपॉइंटमेंट दी, फिर उन्हें सर्टिफिकेट देता जाए। हाँ जी, अच्छी पुरकशिश। वो फिर जो होएगा ना, सर्टिफिकेट लैके लोग आएंगे, तो फिर तुहाडे कोल प्राइमरी टीचरां दी स्केरसिटी हो जाएगी। फिर ये नहीं होएगा कि महल्ले का जिहड़ा गली च स्कूल पाया, उन्हें पड़ोस की मैट्रिक पास बच्ची जड़ी जिन्हों उर्दू भी सही नहीं आती, उन्होंने 2 या 2,500 रुपए तो वह भी इस्तेहकाक किया, तो बच्चों का भी बेड़ा कर उन्होंने लिया के रख लिया टीचर, उन्हें भी 4 घंटे उत्थे लाए, उसके बाद उन्हें घर की बहना उत्थे पै जा। वो चीज़ जो खत्म हो जाएगी तो फिर साड़ी सोसाइटी सीधी हो जाएगी।
ਬਿਲਕੁਲ ਸਹੀ ਜੀ। ਨਾਜ਼ਰੀਨ, ਸਾਡੇ ਨਾਲ ਸੀ ਸਈਦ ਅਹਿਮਦ ਤਾਜ ਸਾਹਿਬ, ਅਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਵਿਹੜੇ 'ਚ ਤੁਸੀਂ ਸੁਣੀਆਂ ਅੱਜ, ਅਤੇ ਦਿਲ ਤੇ ਹੀ ਕਰਦਾ ਸੀ ਉਹਨਾਂ ਨਾਲ ਗੱਲਾਂ ਕਰਦੇ ਜਾਈਏ, ਲੇਕਿਨ ਇਹ ਹੈ ਕਿ ਵਕਤ ਰੁਕਦਾ ਨਹੀਂ ਹੈ ਵੀ, ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਅਸੀਂ ਇਨਸ਼ਾ ਅੱਲਾਹ ਤਾਲਾ ਫਿਰ ਕਿਸੇ ਦਿਨ ਇਹਨਾਂ ਨੂੰ ਬੁਲਾਵਾਂਗੇ, ਇਹਨਾਂ ਦਾ ਤਰਲਾ ਕਰਾਂਗੇ। ਅਤੇ ਕਾਰੋਬਾਰ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ, ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਕਾਰੋਬਾਰ ਹੈ ਕੀ ਹੈ, ਇਹ ਕੌਣ ਲੋਕ ਕਰ ਸਕਦੇ ਨੇ, ਹਰ ਬੰਦਾ ਕਾਰੋਬਾਰ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਜਾਂ ਕਿਆ ਪੈਸੇ ਨਾਲ ਹੀ ਕਾਰੋਬਾਰ ਹੁੰਦਾ ਹੈ, ਇਹਦੇ 'ਚ ਕੀ ਚਾਹੀਦਾ ਹੈ, ਉਹ ਮੁਕੰਮਲ ਅਸੀਂ ਜਿਹੜਾ ਨਾ ਟਾਪਿਕ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਦੁਬਾਰਾ ਇਹਨਾਂ ਨੂੰ ਬੁਲਾਈਏ ਜਿਸ ਦਿਨ। ਉਹਦੇ 'ਚ ਮੁਕੰਮਲ ਇਹੋ ਹੀ ਹੋਇਆ ਕਿ ਕਿਸੇ ਅਗਰ ਬੱਚੇ ਨੇ, ਕਿਸੇ ਜਵਾਨ ਨੇ ਕੰਮ ਕਰਨਾ ਹੈ, ਫੈਕਟਰੀ ਲਾਣੀ ਹੈ, ਕਾਰਖਾਨਾ ਖੋਲ੍ਹਣਾ ਹੈ, ਜਾਂ ਉਹਨੇ ਮਾਰਕੀਟਿੰਗ ਕਰਨੀ ਹੈ, ਉਹਨੂੰ ਕੀ ਜਿਹੜਾ ਨਾ ਉਹ ਰਿਕੁਆਇਰਮੈਂਟ ਚਾਹੀਦੀ ਹੈ, ਉਹਦੇ ਵਿੱਚ ਕੀ ਸਕਿੱਲਸ ਹੋਣੀ ਚਾਹੀਦੀਆਂ ਨੇ, ਉਹਦੇ ਕਿੰਨਾ ਹੌਸਲਾ ਚਾਹੀਦਾ ਹੈ, ਉਹ ਕਿੰਨਾ ਜਿਹੜਾ ਨਾ ਆਪਣੇ ਪੇਸ਼ੇ ਨਾਲ ਮੁਖਲਸ ਹੋਣਾ ਚਾਹੀਦਾ ਹੈ। ਅੱਜ ਦਾ ਪ੍ਰੋਗਰਾਮ ਖਤਮ ਕਰਨੇ ਆ, ਅਤੇ ਬਹੁਤ ਸਾਰੀਆਂ ਦੁਆਵਾਂ। ਪਾਕਿਸਤਾਨ ਜ਼ਿੰਦਾਬਾਦ।